ਕਵੀਆਂ ਦਾ ਹੋਣਾ ਕਿਸੇ ਵੀ ਸਮਾਜ ਸੱਭਿਆਚਾਰ ਲਈ ਬਹੁਤ ਹੀ ਭਾਗਾਂ ਭਰਿਆ ਹੁੰਦਾ। ਉਹਨਾਂ ਦੇ ਹੋਣ ਦੇ ਨਾਲ ਭਾਸ਼ਾ ਨਵੇਂ ਰੰਗ ਰੂਪ 'ਚ ਉਘੜਦੀ ਆ। ਜ਼ਿੰਦਗੀ ਦੀਆਂ ਸੂਖਮਤਾਵਾਂ ਨਾਲ ਸਾਡਾ ਵਾਹ ਪੈਂਦਾ, ਸੂਖਮਤਾਵਾਂ ਨੂੰ ਜਾਣਦੇ ਹਾਂ। ਕਵੀਆਂ ਤੋਂ ਬਿਨਾਂ, ਸਾਹਿਤਕਾਰਾਂ ਤੋਂ ਬਿਨਾਂ ਕੋਈ ਵੀ ਸਮਾਜ ਊਣਾ ਹੋ ਜਾਂਦਾ। ਅਤੇ ਉਹਨਾਂ ਨਾਲ ਗੱਲਾਂ ਕਰਨੀਆਂ, ਉਹਨਾਂ ਦੀ ਲਿਖੀ ਕਵਿਤਾ ਤੋਂ ਅਗਾਂਹ ਤੁਰਨਾ ਹੁੰਦਾ, ਕਵਿਤਾ ਦੇ ਨਾਲ ਤੁਰਨਾ ਹੁੰਦਾ, ਕਵਿਤਾ ਨੂੰ ਜਾਣਨਾ ਹੁੰਦਾ। ਪਿਆਰੇ ਦੋਸਤੋ, ਅੱਜ ਸਾਡੇ ਨਾਲ ਪੰਜਾਬੀ ਦੇ ਬਹੁਤ ਹੀ ਅਜ਼ੀਮ, ਸੂਖਮ ਅਤੇ ਸੰਵੇਦਨਸ਼ੀਲ ਸ਼ਾਇਰ ਗੁਰਤੇਜ ਕੁਹਾਰਵਾਲਾ ਨੇ। ਗੁਰਤੇਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ। ਬਹੁਤ ਸ਼ੁਕਰੀਆ ਜੀ। ਆਪਾਂ ਗੁਰਤੇਜ ਹੋਰਾਂ ਨਾਲ ਗੱਲਾਂ ਕਰਾਂਗੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਕਵਿਤਾ ਬਾਰੇ, ਲੰਮਾ ਸਮਾਂ ਉਹ ਅਧਿਆਪਕ ਰਹੇ, ਉਹਨਾਂ ਦੇ ਅਧਿਆਪਨ ਕਾਰਜ ਬਾਰੇ, ਵਿਦਿਆਰਥੀਆਂ ਨਾਲ ਉਹਨਾਂ ਦੇ ਰਿਸ਼ਤੇ ਬਾਰੇ, ਅਤੇ ਉਹਨਾਂ ਗੱਲਾਂ ਦੇ ਵਿੱਚੋਂ ਪੰਜਾਬ ਦੀ ਤਸਵੀਰ ਨੂੰ, ਪੰਜਾਬ ਦੀ ਸਾਹਿਤਕਾਰੀ ਨੂੰ, ਪੰਜਾਬ ਦੀ ਲਿਖਣਕਾਰੀ ਨੂੰ ਵੀ ਸਮਝਣ ਦਾ ਯਤਨ ਕਰਾਂਗੇ। ਗੁਰਤੇਜ ਜੀ, ਮੈਂ ਇੱਕ ਬਹੁਤ ਤੁਹਾਡੇ ਬਾਰੇ ਇੰਟਰਸਟਿੰਗ ਫੈਕਟ ਇਹ ਆ, ਤੱਥ ਇਹ ਆ ਕਿ ਤੁਸੀਂ ਜਦੋਂ ਸ਼ੁਰੂ 'ਚ ਆਪਣੀ ਪੜ੍ਹਾਈ ਸ਼ੁਰੂ ਕਰਦੇ ਕਾਲਜ ਲੈਵਲ 'ਤੇ ਗਏ ਤਾਂ ਤੁਸੀਂ ਇਲੈਕਟ੍ਰੀਕਲ ਦੇ ਵਿੱਚ ਡਿਪਲੋਮਾ ਕੀਤਾ। ਜੀ ਬਿਲਕੁਲ। ਇਲੈਕਟ੍ਰੀਕਲ ਦੇ ਵਿੱਚ ਡਿਪਲੋਮਾ ਕਰਨ ਤੋਂ ਬਾਅਦ ਤੁਸੀਂ ਕੁਝ ਸਮਾਂ ਜੌਬ ਵੀ ਕੀਤੀ ਬਿਜਲੀ ਬੋਰਡ ਦੇ ਵਿੱਚ। ਤਾਂ ਫਿਰ ਇੱਧਰ ਆਉਣ ਦਾ, ਪੰਜਾਬੀ ਸਾਹਿਤਕਾਰੀ ਦੇ ਵਿੱਚ, ਪੰਜਾਬੀ ਕਵਿਤਾ ਦੇ ਵਿੱਚ ਆਉਣ ਦਾ ਸਬੱਬ ਕਿਵੇਂ ਬਣਦਾ? ਉਹ ਕਿਸ ਤਰ੍ਹਾਂ ਦੇ ਪਲ, ਕਿਸ ਤਰ੍ਹਾਂ ਦੇ ਅਹਿਸਾਸ, ਕੌਣ ਲੋਕ ਤੁਹਾਡੇ ਪਿੱਛੇ ਇਹਦੇ ਵਿੱਚ ਭੂਮਿਕਾ ਅਦਾ ਕੀਤੀ? ਇਹਨਾਂ ਬਾਰੇ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ। ਅਸਲ 'ਚ ਜਿਸ ਨਸਲ ਜਾਂ ਜਿਸ ਕਹਿ ਲਓ ਜਨਰੇਸ਼ਨ ਨਾਲ ਮੈਂ ਤਾਲੁਕ ਰੱਖਦਾ, ਉਦੋਂ ਤੁਹਾਡੇ ਜਿਹੜੇ ਕਰੀਅਰ ਦੇ ਜਾਂ ਸਾਰੇ ਮਸਲੇ ਸੀ ਉਹ ਆਮ ਤੌਰ 'ਤੇ ਤੁਹਾਡੇ ਮਾਪੇ ਤੈਅ ਕਰਦੇ ਸੀ। ਤਾਂ ਇਸ ਤਰ੍ਹਾਂ 10ਵੀਂ ਪਾਸ ਕਰਨ ਉਪਰੰਤ ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਮੈਂ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਾਂ। ਉਹ ਫਿਰ ਮੈਂ ਗੁਰੂ ਤੇਗ ਬਹਾਦਰ ਰੋਡੇ ਡਿਪਲੋਮਾ ਵਿੱਚ ਦਾਖਲਾ ਲਿਆ ਜਾ ਕੇ। ਪਰ ਉਹ ਪੜ੍ਹਾਈ ਦਾ ਮੇਰੇ ਨਾਲ ਕੋਈ ਤਾਲਮੇਲ ਨਹੀਂ ਬਣਦਾ ਸੀ, ਕਿਉਂਕਿ ਹਰ ਬੰਦੇ ਦੀ ਆਪਣੀ ਇੱਕ ਮਨੋਬਣਤਰ ਹੁੰਦੀ, ਉਹਦੀਆਂ ਆਪਣੀਆਂ ਕੁਛ ਉਹਦੇ ਨਾਲ ਹੁੰਦੀਆਂ ਸਮਝਾਂ ਚੀਜ਼ਾਂ ਬਾਰੇ, ਜਾਂ ਉਹਦੀਆਂ ਲਾਈਕਿੰਗਸ ਹੁੰਦੀਆਂ। ਅਤੇ ਸ਼ਾਇਦ ਮੇਰਾ ਮਨ ਤਾਂ ਆਰਟਸ ਵਾਲਾ ਹੀ ਸੀ, ਪਰ ਉਹ ਫਿਰ ਪੜ੍ਹਾਈ ਮੈਨੂੰ ਇੱਕ ਤਰ੍ਹਾਂ ਦੀ ਮਜਬੂਰੀ ਵਿੱਚ ਕਰਨੀ ਪਈ, ਜਿਹਦਾ ਫਿਰ ਸਿੱਟਾ ਇਹ ਵੀ ਨਿਕਲਿਆ ਕਿ ਜਿਹੜਾ 3 ਸਾਲ ਵਾਲਾ ਡਿਪਲੋਮਾ ਸੀ ਉਹ ਮੈਂ ਕੋਈ ਲਗਭਗ 4.5 ਸਾਲ ਦੇ ਵਿੱਚ ਮੁਕੰਮਲ ਕੀਤਾ। ਤਾਂ ਉਹ ਦੌਰ ਇੱਕ ਤਰ੍ਹਾਂ ਦਾ ਮੇਰੀ ਫੇਲੀਅਰ ਦਾ ਦੌਰ ਸੀ, ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਅਸਫਲ ਪਾਉਂਦੇ ਹੋ, ਤੁਸੀਂ ਆਪਣੇ ਤੌਰ 'ਤੇ ਅੰਦਰੋਂ ਹਰਟ ਵੀ ਹੁੰਦੇ ਹੋ। ਪਰ ਉਸ ਦੌਰ ਦਾ ਇੱਕ ਮੈਨੂੰ ਫਾਇਦਾ ਫਿਰ ਇਹ ਹੋਇਆ ਕਿ ਮੈਂ ਉਸੇ ਕਾਲਜ ਦੇ ਅੰਦਰੋਂ ਜਾਂ ਉਸੇ ਸਮੇਂ ਦੇ ਵਿੱਚੋਂ ਹੀ ਕਵਿਤਾ ਵਾਲੇ ਪਾਸੇ ਆ ਸਕਿਆ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਸ ਪੜ੍ਹਾਈ ਦਾ ਦਬਾਅ ਸੀ ਮੇਰੇ ਉੱਤੇ, ਜਿਹਦੇ ਅਸਰ ਵਿੱਚੋਂ ਸ਼ਾਇਦ ਮੇਰੇ ਅੰਦਰਲੀ ਫਿਰ ਕੋਈ ਚੀਜ਼ ਜਿਹੜੀ ਉਹ ਇੱਕ ਮਹਿਰੂਮੀ ਸੀ, ਜਾਂ ਤੁਹਾਡੇ ਅੰਦਰ ਕੋਈ ਇੱਕ ਤੁਸੀਂ ਕਮੀ ਮਹਿਸੂਸ ਕਰਦੇ ਹੋ, ਜਾਂ ਤੁਹਾਡੇ ਅੰਦਰ ਕੋਈ ਇਸ ਤਰ੍ਹਾਂ ਦਾ ਸੰਤਾਪ ਬਣ ਜਾਂਦਾ, ਉਹਨੇ ਕੋਈ ਨਾ ਕੋਈ ਫਿਰ ਸ਼ਕਲ ਲੈਣੀ ਸੀ। ਤਾਂ ਉਹਨੂੰ ਇੱਕ ਮੌਕਾ ਬਣਿਆ। ਉੱਥੇ ਮੇਰੇ ਸੀਨੀਅਰ ਹੁੰਦੇ ਸੀ ਜਸਵਿੰਦਰ, ਜਿਹੜੇ ਅੱਜ ਕੱਲ੍ਹ ਸਾਡੇ ਵੱਡੇ ਗਜ਼ਲਕਾਰ ਨੇ। ਇਸੇ ਤਰ੍ਹਾਂ ਹੀ ਸੁਖਦਰਸ਼ਨ ਨੱਤ ਹੁੰਦੇ ਸੀ, ਜਿਹੜੇ ਬਾਅਦ ਵਿੱਚ ਮੁਲਾਜ਼ਮ ਲਹਿਰ ਵਿੱਚ ਪੰਜਾਬ ਵਿੱਚ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ। ਤਾਂ ਇਉਂ ਰਲਾ ਮਿਲਾ ਕੇ ਫਿਰ ਇੱਕ ਤਰੀਕੇ ਨਾਲ ਉਸ ਸਾਰੇ ਮੌਕੇ ਦੇ ਉਸ ਜਿਹੜੀ ਪੜ੍ਹਾਈ ਦਾ ਮੇਰੇ ਨਾਲ ਤਾਲਮੇਲ ਨਹੀਂ ਬਣਦਾ ਸੀ, ਉਸ ਦੇ ਸੰਤਾਪ ਨੇ ਇੱਕ ਤਰੀਕੇ ਨਾਲ ਮੈਨੂੰ ਫਿਰ ਕਵਿਤਾ ਨਾਲ ਵੀ ਜੋੜ ਦਿੱਤਾ। ਅਤੇ ਜਿਹਦੇ ਵਿੱਚ ਬਹੁਤ ਸਾਰੇ, ਮੈਂ ਜਿਵੇਂ ਜ਼ਿਕਰ ਕੀਤਾ ਕਿ ਜਿਹੜੇ ਉੱਥੇ ਮੌਜੂਦ ਲੋਕ ਸੀ ਉਹ ਇੱਕ ਤਰੀਕੇ ਨਾਲ ਉਹਦੇ ਸਹਾਇਕ ਬਣੇ ਜਾਂ ਮੇਰੀ ਪ੍ਰੇਰਨਾ ਬਣੇ। ਇੱਕ ਇਹ ਦੱਸੋ ਕਿ ਇਹ ਆਮ ਤੌਰ 'ਤੇ ਕਿਹਾ ਜਾਂਦਾ ਕਿ ਜੀ ਕਵਿਤਾ ਤਾਂ ਆਵੇਸ਼ ਆ, ਕਵਿਤਾ ਆਪਦੇ ਆਪ ਆਉਂਦੀ ਆ, ਤੁਸੀਂ ਕਵਿਤਾ ਘੜ ਨਹੀਂ ਸਕਦੇ। ਕਵਿਤਾ ਲਿਖਣ ਵੇਲੇ ਕਿਹੜੀਆਂ ਚੀਜ਼ਾਂ ਭੂਮਿਕਾ ਅਦਾ ਕਰਦੀਆਂ ਨੇ? ਕੀ ਕਵਿਤਾ ਸਿੱਖੀ ਜਾ ਸਕਦੀ ਹੈ, ਜਾਂ ਇੱਕ ਚੰਗਾ ਕਵੀ ਬਣਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ? ਕਿਉਂਕਿ ਨਵੇਂ ਜਿਹੜੇ ਕਵੀ ਨੇ ਉਹ ਵੀ ਸਾਨੂੰ ਦੇਖ ਰਹੇ ਹੋਣਗੇ ਜੀ, ਇਸ ਬਾਰੇ ਕੀ ਕਹੋ? ਅਸਲ ਵਿੱਚ ਬੰਦਾ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਭਾਸ਼ਾ ਦਾ ਬਣਿਆ ਹੁੰਦਾ, ਚਾਹੇ ਉਹ ਭਾਸ਼ਾ ਨੂੰ ਉਸ ਰੂਪ ਵਿੱਚ, ਸੁਚੇਤ ਰੂਪ ਵਿੱਚ ਵਰਤੇ ਜਾਂ ਉਹਨੂੰ ਸਮਝੇ ਜਾਂ ਨਾ ਸਮਝੇ, ਪਰ ਭਾਸ਼ਾ ਅਸਲ 'ਚ ਸਾਡੀ ਜ਼ਿੰਦਗੀ ਦਾ ਜਿਹੜਾ ਸਾਰਾ ਦਾਰੋ-ਮਦਾਰ ਉਹ ਤੈਅ ਕਰਦੀ ਹੈ। ਅਤੇ ਜਿਹੜੀ ਕਵਿਤਾ ਉਹ ਭਾਸ਼ਾ ਦਾ ਇੱਕ ਹੋਰ ਸਿਰਜਣਾਤਮਕ ਜਾਂ ਕਰਤਾਰੀ ਰੂਪ ਇਸ ਰੂਪ ਦੇ ਵਿੱਚ ਬਣਦਾ। ਤਾਂ ਜਿਹੜਾ ਕਵੀ ਹੈ, ਮੈਂ ਬਹੁਤ ਵਾਰੀ ਜਦੋਂ ਉਹਨੂੰ ਸੋਚਦਾ ਕਿ ਉਹਦੇ ਅੰਦਰ ਕੋਈ ਨਾ ਕੋਈ ਐਸੀ ਮਹਿਰੂਮੀ, ਜਿਸ ਤਰ੍ਹਾਂ ਮੈਂ ਪਹਿਲੇ ਤੁਹਾਡੇ ਸਵਾਲ ਦੇ ਜਵਾਬ ਵਿੱਚ ਜ਼ਿਕਰ ਕੀਤਾ ਕਿ ਕੋਈ ਐਸੀ ਮਹਿਰੂਮੀ ਤੁਹਾਡੇ ਅੰਦਰ, ਕੋਈ ਐਸੀ ਕਮੀ, ਕੋਈ ਐਸੀ ਚੀਜ਼ ਤੁਹਾਡੇ ਅੰਦਰ ਪਈ ਹੁੰਦੀ ਜਿਹਨੂੰ ਤੁਸੀਂ ਕਹਿਣਾ ਚਾਹੁੰਦੇ ਹੋ, ਕਹਿ ਕੇ ਹੱਲ ਕਰਨਾ ਚਾਹੁੰਦੇ ਹੋ।
ਤਾਂ ਉੱਥੇ ਫਿਰ ਉਹ ਇੱਕ ਤਰ੍ਹਾਂ ਦੀ ਕਵਿਤਾ ਤੁਹਾਡੀ ਉਹਦੇ ਵਿੱਚੋਂ ਸਹਾਇਤਾ ਕਰਦੀ ਹੈ, ਤੁਹਾਡੀ ਮਦਦ ਕਰਦੀ ਹੈ। ਤਾਂ ਜ਼ਾਹਰ ਹੈ ਕਿ ਕਵੀ ਹੋਣ ਲਈ ਇੱਕ ਤਾਂ ਕਵੀ ਮਨ ਹੋਣਾ, ਸੰਵੇਦਨਸ਼ੀਲ ਹੋਣਾ, ਚੀਜ਼ਾਂ ਨੂੰ ਉਲਟਾ ਪੁਲਟਾ ਕੇ ਦੇਖਣ ਦੀ ਸਮਰੱਥਾ ਹੋਣੀ, ਇਹ ਸ਼ਾਇਦ ਜਿਹਨੂੰ ਅਸੀਂ ਪ੍ਰਤਿਭਾ ਕਹਿੰਦੇ ਹਾਂ ਜਾਂ ਇੱਕ ਕੁਦਰਤੀ ਇੱਕ ਤਰ੍ਹਾਂ ਦੀ ਬਖਸ਼ਿਸ਼ ਕਹਿ ਸਕਦੇ ਹਾਂ, ਇਹ ਹੁੰਦੀ ਹੈ ਕੁਝ ਬੰਦਿਆਂ 'ਤੇ। ਪਰ ਹੌਲੀ ਹੌਲੀ ਫਿਰ ਤੁਸੀਂ ਜਿਹੜੀ ਭਾਸ਼ਾ ਦੀ ਜਾਂ ਕਿਸੇ ਜੌਨਰ ਦੀ ਸਮਝ ਹੈ, ਉਹ ਤੁਸੀਂ ਆਪਣੀ ਸਿਖਲਾਈ ਵਿੱਚੋਂ ਹਾਸਲ ਕਰਦੇ ਆ, ਅਤੇ ਜਿਹਦੇ ਵਿੱਚ ਸਾਰੇ ਦਾ ਸਾਰਾ ਸਮਾਜ ਵੀ ਆਪਣੀ ਤੁਹਾਡੀ ਉਸ ਮਨੋਬਣਤਰ ਨੂੰ ਤੈਅ ਕਰਨ ਵਿੱਚ ਜਾਂ ਤੁਸੀਂ ਕਿਸ ਕਿਸਮ ਦੇ ਕਵੀ ਹੋ ਸਕਦੇ ਹੋ ਉਹਦੇ ਵਿੱਚ ਉਹ ਮਦਦ ਕਰਦਾ। ਅਤੇ ਕੁੱਲ ਮਿਲਾ ਕੇ ਜਿਹੜੀ ਭਾਸ਼ਾ ਦਾ ਇੱਕ ਖੂਬਸੂਰਤ ਰੂਪ ਹੈ, ਉਹ ਫਿਰ ਜਦੋਂ ਸੰਵੇਦਨਾ ਨਾਲ ਰਲ ਕੇ ਅਤੇ ਤੁਹਾਡੇ ਹੁਨਰ ਨਾਲ ਰਲ ਕੇ ਅਤੇ ਸਾਹਿਤ ਦੀ ਜਾਂ ਕਵਿਤਾ ਦੀ ਸਮਝ ਨਾਲ ਰਲ ਕੇ ਸਾਹਮਣੇ ਆਉਂਦਾ, ਤਾਂ ਇੱਕ ਚੰਗੀ ਕਵਿਤਾ ਦਾ ਰਸਤਾ ਖੁੱਲ੍ਹ ਜਾਂਦਾ ਹੈ। ਮੇਰਾ ਖਿਆਲ ਕਿ ਤੁਹਾਨੂੰ ਭਾਸ਼ਾ 'ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ, ਭਾਸ਼ਾ ਨੂੰ ਦੇਖਣਾ ਪੈਂਦਾ, ਭਾਸ਼ਾ ਦਾ ਨਵਾਂ ਰੂਪ ਘੜਨਾ ਪੈਂਦਾ। ਬਿਲਕੁਲ। ਜਿਸ ਕਵੀ ਕੋਲ ਭਾਸ਼ਾ ਦਾ ਨਵਾਂ ਰੂਪ ਨਹੀਂ ਹੈਗਾ, ਉਹ ਮੁੱਢਲੀ ਗੱਲ ਤੋਂ ਹੀ ਖੁੰਝ ਜਾਂਦਾ। ਬਿਲਕੁਲ ਬਿਲਕੁਲ। ਪਰ ਨਾਲ ਦੀ ਨਾਲ ਆਪਾਂ ਇਹ ਵੀ ਜਾਣਦੇ ਹਾਂ ਕਿ ਤੁਹਾਨੂੰ ਚੰਗੀ ਕਵਿਤਾ ਲਿਖਣ ਲਈ ਚੰਗੇ ਕਵੀਆਂ ਨੂੰ ਵੀ ਪੜ੍ਹਨਾ ਪੈਂਦਾ, ਬਲਕਿ ਚੰਗਾ ਸਾਹਿਤ ਪੜ੍ਹਨਾ ਚਾਹੀਦਾ। ਤਾਂ ਤੁਸੀਂ ਜਦੋਂ ਆਪਣੇ ਮੁੱਢਲੇ ਦੌਰ ਦੇ ਵਿੱਚ ਕਵਿਤਾ ਲਿਖਣ ਵੱਲ ਤੁਰ ਰਹੇ ਸੀ, ਜਾਂ ਫਿਰ ਅਗਲੀ ਯਾਤਰਾ ਤੁਸੀਂ ਬਤੌਰ ਕਵੀ ਕੀਤੀ, ਤਾਂ ਕਿਹੜੇ ਸ਼ਾਇਰਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ, ਜਾਂ ਇਹ ਕਹੋ ਕਿ ਕਿਹੜੇ ਸ਼ਾਇਰਾਂ ਨਾਲ ਤੁਸੀਂ ਡਾਇਲੋਗ ਦੇ ਵਿੱਚ ਰਹੇ, ਸੰਵਾਦ ਦੇ ਵਿੱਚ ਰਹੇ, ਕਾਵਿਕਾਰੀ ਨੂੰ ਲੈ ਕੇ, ਕਵਿਤਾ ਦੀ ਭਾਸ਼ਾ ਨੂੰ ਲੈ ਕੇ, ਕਵਿਤਾ ਦੇ ਵਿਸ਼ਿਆਂ ਨੂੰ ਲੈ ਕੇ? ਉਹ ਕੌਣ ਲੋਕ ਸੀ ਜਿਹੜੇ ਤੁਹਾਡੇ ਅੰਗ ਸੰਗ ਰਹੇ? ਜਿਹੜੀ ਅਚੇਤ ਤੌਰ 'ਤੇ ਮੈਂ ਜਦੋਂ ਹੁਣ ਥੋੜ੍ਹਾ ਪਿੱਛੇ ਮੁੜ ਕੇ ਦੇਖਦਾ, ਤਾਂ ਮੇਰੇ ਪਿਤਾ ਜੀ ਮੁਲਾਜ਼ਮ ਲਹਿਰ ਦੇ ਅੰਦਰ ਉਹਨਾਂ ਨੇ ਕੰਮ ਕੀਤਾ, ਅਤੇ ਇਸ ਤਰ੍ਹਾਂ ਦਾ ਜਿਹੜਾ ਇੱਕ ਰੂਸੀ ਸਾਹਿਤ ਸੀ, ਲਿਟਰੇਚਰ, ਜਿਹੜਾ ਅਨੁਵਾਦਿਤ ਰੂਪ 'ਚ ਉਸ ਸਮੇਂ ਪ੍ਰਚਲਿਤ ਸੀ, ਉਹ ਸਾਡੇ ਘਰ 'ਚ ਵੀ ਹੁੰਦਾ ਸੀ। ਉਹਦੇ ਕੁਛ ਅਚੇਤ ਅਸਰ ਵੀ ਮੇਰੇ 'ਤੇ ਪਏ ਹੋਣਗੇ। ਮੇਰੇ ਅੰਦਰਲੀ ਕਿਹੜੀ ਸਾਹਿਤਕਾਰੀ ਦੇ ਪੈਦਾ ਹੋਣ ਲਈ ਉਹਨੇ ਵੀ ਕੋਈ ਨਾ ਕੋਈ ਉਹਦੇ ਵਿੱਚ ਭੂਮਿਕਾ ਅਦਾ ਕੀਤੀ ਹੋਊਗੀ। ਪਰ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਉੱਥੇ ਗੁਰੂ ਤੇਗ ਬਹਾਦਰਗੜ੍ਹ ਰੋਡੇ ਲੰਡੇ ਦੇ ਵਿੱਚ, ਜਦੋਂ ਮੇਰੇ ਖਿਆਲ 1980 ਦੇ ਆਸ-ਪਾਸ ਦੀਆਂ ਮੈਂ ਗੱਲਾਂ ਕਰ ਰਿਹਾ, ਤਾਂ ਉਸ ਸਮੇਂ ਜਿਹੜੇ ਮੈਨੂੰ ਦੋ ਵੱਡੇ ਸਾਹਿਤਕਾਰ ਅੱਛੇ ਲੱਗੇ, ਉਹ ਸੀ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ। ਤਾਂ ਉਹ ਦੋਵੇਂ ਕਿਉਂਕਿ ਗਜ਼ਲ ਲਿਖ ਰਹੇ ਸੀ, ਅਤੇ ਸ਼ਾਇਦ ਇਸੇ ਤਰ੍ਹਾਂ ਅਚੇਤ ਤੌਰ 'ਤੇ ਮੈਂ ਫਿਰ ਗਜ਼ਲ ਦੀ ਰਚਨਾ ਵੱਲ ਆ ਗਿਆ, ਉਹਨਾਂ ਦੇ ਅਚੇਤ ਤੌਰ ਦੇ ਪ੍ਰਭਾਵ ਦੇ ਅਧੀਨ। ਤੋ ਇਹ ਪਹਿਲੇ ਦੋ ਕਵੀ ਸੀ ਜਿਹੜੇ ਪੰਜਾਬੀ ਦੇ ਮਤਲਬ ਮੈਨੂੰ ਅੱਛੇ ਲੱਗੇ। ਜਿਵੇਂ ਆਮ ਤੌਰ 'ਤੇ ਅਸੀਂ ਗੱਲ ਕਰਦੇ ਹੁੰਦੇ ਕਿ ਸਾਡੀ ਉਸ ਨਸਲ ਦੇ ਲੋਕ ਸ਼ਿਵ ਕੁਮਾਰ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਦੇ ਸੀ, ਤਾਂ ਮੈਂ ਸ਼ਿਵ ਕੁਮਾਰ ਨੂੰ ਉਦੋਂ ਤੱਕ ਨਹੀਂ ਬਹੁਤਾ ਪੜ੍ਹਿਆ ਸੀ। ਫਿਰ ਮੈਂ ਬਾਅਦ ਵਿੱਚ ਜਾ ਕੇ ਸ਼ਿਵ ਕੁਮਾਰ ਹੋਰਾਂ ਨੂੰ ਪੜ੍ਹਿਆ। ਈਵਨ ਕਿ ਜਿਸ ਦੌਰੇ ਦੀ ਮੈਂ ਗੱਲ ਕਰ ਰਿਹਾ ਕਿ ਨਕਸਲਵਾੜੀ ਲਹਿਰ ਦਾ ਉਤਾਰ ਉਦੋਂ ਹੋ ਰਿਹਾ ਸੀ, ਪਰ ਆਲੇ ਦੁਆਲੇ ਜਿਹੜੀਆਂ ਇੱਕ ਜਥੇਬੰਦਕ ਸਰਗਰਮੀਆਂ ਸੀ, ਜਿਨ੍ਹਾਂ ਦੇ ਵਿੱਚੋਂ ਹੀ ਸ਼ਾਇਦ ਮੇਰੀ ਕਵਿਤਾ ਵੀ ਉਸ ਸਮੇਂ ਪੈਦਾ ਹੋਈ। ਉਸ ਸਾਰੇ ਦੌਰ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਸੀਗੀ, ਉਹ ਇਸ ਮਤਲਬ ਸਾਰੇ ਘਟਨਾਕ੍ਰਮ ਦੇ ਆਲੇ ਦੁਆਲੇ ਖਲੋਤੀ ਹੋਈ ਸਾਨੂੰ ਮਿਲਦੀ ਹੈ। ਅਤੇ ਉਹ ਸਾਰੇ ਜਿਹੜੇ ਅਸਰ ਸੀ, ਉਹਨਾਂ ਨੇ ਫਿਰ ਇੱਕ ਤਰੀਕੇ ਨਾਲ ਮੈਨੂੰ ਇਸ ਪਾਸੇ ਤੋਰਿਆ। ਗਜ਼ਲਕਾਰੀ ਮੇਰੇ ਤੋਂ ਅਚੇਤ ਤੌਰ 'ਤੇ ਚੁਣੀ ਗਈ, ਜਿਵੇਂ ਮੈਂ ਦੱਸਿਆ ਕਿ ਜਗਤਾਰ ਔਰ ਸੁਰਜੀਤ ਪਾਤਰ ਮੈਨੂੰ ਪ੍ਰਭਾਵਿਤ ਕਰਦੇ ਸੀ ਪੰਜਾਬੀ ਦੇ ਵਿੱਚੋਂ। ਬਾਅਦ ਵਿੱਚ ਜਾ ਕੇ ਫਿਰ ਮੈਂ ਦੂਜੀਆਂ ਜ਼ੁਬਾਨਾਂ ਦੇ ਹੋਰ ਕਵੀ ਜਾਂ ਹੋਰ ਜੌਨਰ ਵੀ ਪੜ੍ਹੇ ਸਮੇਂ ਦੇ ਲਿਹਾਜ਼ ਨਾਲ। ਅੱਛਾ, ਇਹ ਵੀ ਦੱਸੋ ਕਿ ਕਦੋਂ ਕੁ ਅਹਿਸਾਸ ਹੋਇਆ ਹੋਊਗਾ ਕਿ ਮੈਂ ਹੁਣ ਕਵੀ ਬਣ ਗਿਆ, ਮੈਂ ਸ਼ਾਇਰ ਬਣ ਗਿਆ? ਹਾਂ, ਇਹ ਗੁਰੂ ਜੀ ਬਹੁਤ ਦਿਲਚਸਪ ਸਵਾਲ ਹੈ ਕਿ ਮੈਂ ਜਦੋਂ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਲਈ ਗੁਰੂ ਤੇਗ ਬਹਾਦਰਗੜ੍ਹ ਪਹੁੰਚਦਾ, 10ਵੀਂ ਪਾਸ ਕਰਨ ਤੱਕ ਮੈਨੂੰ ਬਿਲਕੁਲ ਵੀ ਅਹਿਸਾਸ ਨਹੀਂ ਕਿ ਮੈਂ ਕਵਿਤਾ ਲਿਖ ਸਕਦਾ। ਪਰ ਉਹ ਫਿਰ ਕੋਈ ਅਗਲੇ 1-2 ਸਾਲਾਂ ਦੇ ਵਿੱਚ ਹੀ ਉਹ ਜਿਹੜੀ ਕੋਈ ਚੀਜ਼ ਮੇਰੇ ਅੰਦਰ ਪਈ ਹੋਈ ਸੀ, ਜਿਹੜੀ ਆਪਣੀ ਸ਼ਕਲ ਲੈ ਸਕਦੀ ਸੀ ਔਰ ਉਹਨੇ ਕਵਿਤਾ ਦਾ ਰੂਪ ਅਖਤਿਆਰ ਕਰਨਾ ਸੀ, ਉਹ ਫਿਰ ਉੱਥੇ ਜਾ ਕੇ ਪੈਦਾ ਹੋਇਆ। ਅਤੇ ਇਹ ਕੋਈ ਮੇਰੀ ਉਮਰ ਉਸ ਵੇਲੇ 16-17 ਸਾਲ ਦੀ ਉਮਰ ਸੀ ਜਦੋਂ ਮੈਂ ਪਹਿਲੀਆਂ ਆਪਣੀਆਂ ਕੁਛ ਚੀਜ਼ਾਂ ਲਿਖਣੀਆਂ ਸ਼ੁਰੂ ਕੀਤੀਆਂ। ਕਿਤੇ ਨਾ ਤੁਸੀਂ ਕਵਿਤਾ ਸੁਣਾਉਂਦੇ ਹੋ ਫਿਰ ਜੀ। ਇੱਕ ਤਾਂ ਆਪਦੇ ਆਪ ਨੂੰ ਅਹਿਸਾਸ ਹੋਇਆ ਤੁਹਾਨੂੰ ਕਿ 16-17 ਸਾਲਾਂ ਦੀ ਉਮਰ ਸੀ ਕਿ ਮੇਰੇ ਅੰਦਰ ਕੋਈ ਚੀਜ਼ ਹੈਗੀ ਹੈ। ਹਾਂ। ਪਰ ਫਿਰ ਲੋਕ ਤੁਹਾਨੂੰ ਰੈਕਗਨਾਈਜ਼ ਕਰਦੇ ਆ। ਉਹ ਕਿਹੜੇ ਪਹਿਲੇ ਪਲ ਨੇ ਜਦੋਂ ਲੋਕਾਂ ਨੇ ਤੁਹਾਨੂੰ ਬਤੌਰ ਕਵੀ ਮਾਨਤਾ ਦਿੱਤੀ? ਕਿ ਉਹ ਇੱਕ ਤਾਂ ਪਹਿਲਾਂ ਦੋਸਤਾਂ ਦਾ ਘੇਰਾ ਹੋ ਜੀ, ਪਰ ਫਿਰ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੋਊਗੀ ਜਿਹੜੀ ਰਸਮੀ ਹੋਊਗੀ,
ਪਹਿਲੀ ਵਾਰ ਤੁਸੀਂ ਕਵਿਤਾ ਪੜ੍ਹੀ ਹੋਣੀ ਹੈ, ਹਾਂ। ਗਜ਼ਲ ਪੜ੍ਹੀ ਹੋਣੀ, ਉਹ ਪ੍ਰਸੰਗ ਕੁਝ ਦੱਸੋ। ਹਾਂ, ਇਹ ਮੈਂ ਸ਼ਾਇਦ ਕੋਟਕਪੂਰਾ ਦੀਆਂ ਜਿਹੜੀਆਂ ਸਾਹਿਤ ਸਭਾਵਾਂ ਦੇ ਸਮਾਗਮ ਸੀ ਉੱਥੇ ਜਾਣਾ ਸ਼ੁਰੂ ਕੀਤਾ ਉਦੋਂ 16-17 ਸਾਲ ਦੀ ਉਮਰ ਵਿੱਚ। ਤੇ ਉਹ ਅਨੁਭਵ ਰਹੇ ਇਸ ਤਰ੍ਹਾਂ ਦੇ ਜਿਹੜੇ ਸਥਾਨਕ ਕਹਿ ਲਓ ਮਾਨਤਾ ਜਾਂ ਸਥਾਨਕ ਤੁਹਾਡੀ ਜਾਣ ਪਛਾਣ ਉਸ ਇੱਕ ਘੇਰੇ ਦੇ ਅੰਦਰ ਹੁੰਦੀ ਹੈ। ਪਰ ਇੱਕ ਫਿਰ ਗਜ਼ਲ ਮੈਂ ਜਾ ਕੇ 1999 ਦੇ ਵਿੱਚ ਲਿਖੀ ਜਿਹੜੀ ਸੀ, ਔੜ ਇੱਦਾਂ ਹੀ ਜੇ ਕਰੇ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ, ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇਸ ਗਜ਼ਲ ਨਾਲ ਫਿਰ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਮਾਨਤਾ ਸੀ ਜਾਂ ਮੇਰੀ ਪਛਾਣ ਸੀ ਉਹ ਥੋੜ੍ਹਾ ਉਹਦਾ ਘੇਰਾ ਵੱਡਾ ਹੋ ਗਿਆ ਤੇ ਲੋਕਾਂ ਨੇ ਮਤਲਬ ਮੈਨੂੰ ਕਵੀ ਦੇ ਤੌਰ ਤੇ ਜਾਣਨਾ ਉਸ ਸਮੇਂ ਸ਼ੁਰੂ ਕਰ ਦਿੱਤਾ। ਅੱਛਾ, ਇਹਦੇ ਨਾਲ ਹੀ ਆਪਾਂ ਤੁਹਾਡੀ ਕਵਿਤਾ ਦੇ ਨਾਲ ਨਾਲ ਕਵਿਤਾ ਦੀ ਜ਼ਿੰਦਗੀ 'ਚ ਕੀ ਭੂਮਿਕਾ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਜੀ। ਤੁਹਾਨੂੰ ਕੀ ਲੱਗਦਾ ਕਿ ਕਿਸੇ ਸਮਾਜ ਲਈ, ਕਿਸੇ ਸਮੂਹ ਲਈ, ਕਿਸੇ ਕੌਮ ਲਈ ਕਵਿਤਾ ਕਿਉਂ ਜ਼ਰੂਰੀ ਹੁੰਦੀ ਹੈ, ਤੇ ਕਵਿਤਾ ਦਾ ਮਗਣਾ, ਉਹਦਾ ਪੈਦਾ ਹੋਣਾ, ਉਹਦੇ ਸਿੰਜਦੇ ਰਹਿਣਾ ਉਹਨੂੰ ਕਿਉਂ ਜ਼ਰੂਰੀ ਹੁੰਦਾ? ਅਸਲ ਵਿੱਚ ਕੋਈ ਵੀ ਜਿਹੜੀ ਸੰਵੇਦਨਸ਼ੀਲ ਕੌਮ ਪੈਦਾ ਕਰਨ ਲਈ ਜਾਂ ਸੰਵੇਦਨਸ਼ੀਲ ਜਾਂ ਇੱਕ ਸਾਫ਼ ਸੁਥਰਾ ਸਮਾਜ ਪੈਦਾ ਕਰਨ ਲਈ ਕਲਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਕਲਾ ਤੁਹਾਨੂੰ ਅੰਦਰੋਂ ਖੂਬਸੂਰਤ ਕਰਦੀ ਹੈ। ਅਸੀਂ ਸਮਾਜ ਨੂੰ ਬਾਹਰੀ ਤਰੱਕੀ ਦੇ ਨਾਲ ਬਾਹਰੋਂ ਤਾਂ ਸੋਹਣਾ ਬਣਾਉਣ ਦੀ, ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਬੰਦਿਆਂ ਨੂੰ ਅੰਦਰੋਂ ਸੋਹਣਾ ਕਰਨ ਲਈ, ਅੰਦਰੋਂ ਖੂਬਸੂਰਤ ਕਰਨ ਲਈ ਕਲਾ ਦੀ ਤੇ ਕਵਿਤਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਆਪਾਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਕਿ ਭਾਸ਼ਾ ਰਾਹੀਂ ਬੰਦਾ ਬਣਦਾ, ਤੇ ਜਿਹੜੀ ਕਵਿਤਾ ਦੀ ਭਾਸ਼ਾ ਉਹਦੇ ਰਾਹੀਂ ਫਿਰ ਬੰਦਾ ਹੋਰ ਸੋਹਣਾ ਬੰਦਾ ਬਣਦਾ। ਇਸ ਤਰ੍ਹਾਂ ਕਵਿਤਾ ਦੀ ਬਹੁਤ ਇੱਕ ਵੱਡੀ ਭੂਮਿਕਾ ਹੈ। ਕਵਿਤਾ ਸਮੇਂ-ਸਮੇਂ ਤੁਹਾਡਾ ਠੁੰਮਣਾ ਵੀ ਬਣਦੀ ਹੈ, ਕਵੀ ਲਈ ਵੀ ਕਥਾਰਸਿਸ ਦਾ ਕਾਰਨ ਬਣਦੀ ਹੈ, ਸਮਾਜ ਲਈ ਵੀ ਕਿਸੇ ਸੰਤਾਪ ਦੇ ਆਊਟਲੈਟ ਦਾ ਉਹ ਕਾਰਨ ਬਣਦੀ ਹੈ। ਤਾਂ ਇਸ ਤਰ੍ਹਾਂ ਕਵਿਤਾ ਹਮੇਸ਼ਾ ਹੀ ਮਤਲਬ ਕਿਸੇ ਵੀ ਸੋਹਣੇ ਸਮਾਜ ਦੇ ਜਾਂ ਸੋਹਣੇ ਲੋਕਾਂ ਦੇ ਕੇਂਦਰ ਵਿੱਚ ਖੜੀ ਹੋਣ ਵਾਲੀ ਚੀਜ਼ ਹੈ। ਇਹ ਵੱਖਰੀ ਗੱਲ ਹੈ ਕਿ ਸਮੇਂ-ਸਮੇਂ ਕਵਿਤਾ ਜਿਹੜੀ ਉਹ ਹਾਸ਼ੀਏ 'ਤੇ ਵੀ ਚਲੀ ਜਾਂਦੀ ਹੈ, ਕਵਿਤਾ ਦਾ ਜਿਹੜਾ ਉਹ ਦਰਜਾ ਕੇਂਦਰ ਵਿੱਚ ਨਹੀਂ ਰਹਿੰਦਾ। ਪਰ ਕਿਸੇ ਵੀ ਸੋਹਣੇ ਸਮਾਜ ਦੀ, ਕਿਸੇ ਵੀ ਸੁੰਦਰ ਮਨੁੱਖ ਦੀ ਸਿਰਜਣਾ ਲਈ ਕਵਿਤਾ ਤੇ ਕਵਿਤਾ ਵਰਗੀਆਂ ਚੀਜ਼ਾਂ ਦੀ ਭੂਮਿਕਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਤੁਸੀਂ ਕਿਹਾ ਕਿ ਕਦੇ-ਕਦੇ ਵਕਤ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਕਵਿਤਾ ਹਾਸ਼ੀਏ ਤੇ ਚਲੀ ਜਾਂਦੀ ਹੈ। ਜਿਹੜਾ ਉਹ ਹਾਸ਼ੀਏ ਤੇ ਜਾਣਾ ਤਾਂ ਕਈ ਵਾਰ ਹੁੰਦਾ ਕਿਉਂਕਿ ਇਸ ਤਰ੍ਹਾਂ ਦਾ ਪੋਲੀਟੀਕਲ ਕ੍ਰਾਈਸਿਸ ਆ ਗਿਆ, ਕੋਈ ਹਿੰਸਾ ਦਾ ਦੌਰ ਆ ਗਿਆ, ਜਿਹਦੇ ਵਿੱਚ ਕਵਿਤਾ ਦੀ ਉਸ ਤਰ੍ਹਾਂ ਦੀ ਭੂਮਿਕਾ ਨਹੀਂ ਰਹਿੰਦੀ। ਪਰ ਕੀ ਇਹਦੇ ਵਿੱਚ ਕਿਸੇ ਦੌਰ ਦੇ ਵਿੱਚ ਕਵਿਤਾ ਦਾ ਮਾੜਾ ਲਿਖਿਆ ਜਾਣਾ ਵੀ ਕਵਿਤਾ ਨੂੰ ਹਾਸ਼ੀਏ ਤੇ ਧੱਕ ਦਿੰਦਾ? ਤੇ ਇਸ ਹਵਾਲੇ ਨਾਲ ਤੁਸੀਂ ਪੰਜਾਬੀ ਜਿਹੜੀ ਸਮਕਾਲੀ ਕਵਿਤਾ ਲਿਖੀ ਜਾ ਰਹੀ ਹੈ, ਮੇਰੇ ਖਿਆਲ ਕਵਿਤਾ ਕਿਸੇ ਵੀ ਜਾਨਰ ਤੋਂ ਵੱਧ ਲਿਖੀ ਜਾਂਦੀ ਹੈ, ਹਮੇਸ਼ਾ ਹੀ ਇਸ ਤਰ੍ਹਾਂ। ਬਿਲਕੁਲ। ਤੇ ਉਹਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਕਿ ਬਹੁਤ ਸਾਰੇ ਕਵੀ ਬਿਨਾਂ ਸਿੱਖੇ ਜਾਂ ਬਿਨਾਂ ਗਹਿਰਾਈ ਪ੍ਰਾਪਤ ਕੀਤਿਆਂ ਕਵੀ ਹੋਣ ਦਾ ਦਾਅਵਾ ਕਰਦੇ ਆ, ਤੇ ਉਹਦੇ ਕਾਰਨ ਕਵਿਤਾ ਨੂੰ, ਕਿਸੇ ਭਾਸ਼ਾ ਦੀ ਕਵਿਤਾ ਨੂੰ ਨੁਕਸਾਨ ਹੁੰਦਾ। ਹਾਂ, ਇਹਦਾ ਖਾਸ ਤੌਰ ਤੇ ਜਿਹੜਾ ਅੱਜ ਦਾ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਇਹਦੇ ਪ੍ਰਸੰਗ ਵਿੱਚ ਅਸੀਂ ਇਹ ਗੱਲ ਬਹੁਤ ਇਹਨੂੰ ਕਹਿ ਲਓ ਉੱਭਰਵੇਂ ਰੂਪ 'ਚ ਦੇਖ ਸਕਦੇ ਹਾਂ ਕਿ ਕਵਿਤਾ ਬਹੁਤ ਬਹੁਤਾਤ ਵਿੱਚ ਲਿਖੀ ਜਾ ਰਹੀ ਹੈ, ਔਰ ਬਿਨਾਂ ਹੀ ਕਿਸੇ ਸਿਖਲਾਈ ਤੋਂ, ਬਿਨਾਂ ਕਿਸੇ ਉਸ ਕਿਸਮ ਦੀ ਪਿਛੋਕੜ ਦੀ ਜਾਂ ਕਵਿਤਾ ਦੀ ਸਮਝ ਤੋਂ ਜਦੋਂ ਲੋਕ ਕਵੀ ਹੋਣ ਵਾਲੇ ਰਸਤੇ ਪੈਂਦੇ ਆ ਤਾਂ ਜ਼ਰੂਰ ਕਵਿਤਾ ਦਾ ਨੁਕਸਾਨ ਹੁੰਦਾ। ਪਰ ਆਪਾਂ ਇਸ ਸਵਾਲ ਨੂੰ ਜਦੋਂ ਦੂਜੇ ਰੂਪ 'ਚ ਦੇਖ ਰਹੇ ਸੀ ਕਿ ਕਵਿਤਾ ਸਮਾਜ ਦੇ ਕੇਂਦਰ ਵਿੱਚ ਕਿਉਂ ਨਹੀਂ ਰਹਿੰਦੀ ਜਾਂ ਸਮਾਜ ਦੇ ਕੇਂਦਰ ਵਿੱਚੋਂ ਕਿਉਂ ਬਾਹਰ ਹੋ ਜਾਂਦੀ ਹੈ, ਤਾਂ ਉਹਦੇ ਲਈ ਕਵੀ ਵੀ ਓਨਾ ਜ਼ਿੰਮੇਵਾਰ ਹੁੰਦਾ ਜਿਹੜਾ ਕਿ ਬਹੁਤ ਕਾਬਲ ਕਵੀ ਨਹੀਂ ਹੁੰਦਾ ਜਾਂ ਬਹੁਤ ਜ਼ਿੰਮੇਵਾਰ ਕਵੀ ਨਹੀਂ ਹੁੰਦਾ। ਉਸ ਵਕਤ ਆਪਣੇ ਵਿਸ਼ਿਆਂ ਨੂੰ ਲੈ ਕੇ, ਸਰੋਕਾਰਾਂ ਨੂੰ ਲੈ ਕੇ, ਆਪਣੀ ਇੱਕ ਸੰਚਾਰ ਨੂੰ ਲੈ ਕੇ, ਤੇ ਬਹੁਤ ਵਾਰੀ ਜਿਹੜਾ ਸਮਾਜ ਵੀ ਹੁੰਦਾ ਉਹ ਵੀ ਫਿਰ ਹੋਰ ਰਸਤਿਆਂ 'ਤੇ ਤੁਰ ਪੈਂਦਾ ਜਿਹਨੂੰ ਸ਼ਾਇਦ ਜਿਹੜੇ ਕਲਾ ਵਾਲੇ ਰਸਤੇ ਉਹਨੇ ਵਾਜਬ ਨਹੀਂ ਲੱਗਦੇ। ਜਿਵੇਂ ਆਪਾਂ ਹੁਣ ਅੱਜ ਦੇ ਦੌਰ ਵਿੱਚ ਖਾਸ ਤੌਰ 'ਤੇ ਦੇਖਦੇ ਹਾਂ ਕਿ ਜਿਹੜਾ ਗਿਆਨ ਹੈਗਾ ਉਹ ਸਾਡੀ ਸਾਰੇ ਜ਼ਿੰਦਗੀ ਦੇ ਕੇਂਦਰ ਵਿੱਚੋਂ ਕਿਤੇ ਬਾਹਰ ਚਲਾ ਗਿਆ। ਸਾਨੂੰ ਸ਼ਾਇਦ ਲੱਗਦਾ ਕਿ ਗਿਆਨ ਦੀ ਹੁਣ ਸ਼ਾਇਦ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ। ਤਾਂ ਇਸ ਤਰ੍ਹਾਂ ਕਵਿਤਾ ਤਾਂ ਫਿਰ ਉਹਦਾ ਇੱਕ ਬਹੁਤ ਛੋਟਾ ਜਿਹਾ ਐਕਸਪ੍ਰੈਸ਼ਨ ਹੈ। ਕਵਿਤਾ ਦਾ ਫਿਰ ਸਮੇਂ-ਸਮੇਂ ਕਿਸੇ ਵੀ ਮਾੜੇ ਹਾਲਾਤ ਦੇ ਕਾਰਨ ਜਾਂ ਸਮਾਜ ਦੇ ਕਿਸੇ ਨਵੇਂ ਰੁਝਾਨ ਕਾਰਨ ਉਹਦਾ ਸੱਜੇ ਖੱਬੇ ਹੋ ਜਾਣਾ ਲਾਜ਼ਮੀ ਹੈ। ਇੱਕ ਅੱਜ ਦਾ ਪੰਜਾਬੀ ਦਾ ਸੰਗੀਤਕ ਪੂਰਾ
ਸੰਸਾਰ ਆ, ਹੂੰ ਪਪੂਲਰ ਜੀ ਗਾਇਕੀ ਦਾ, ਜੀ ਉਹਦੇ ਵਿੱਚ ਵੀ ਇੱਕ ਤਰ੍ਹਾਂ ਦੀ ਕਵਿਤਾ ਹੁੰਦੀ ਹੈ। ਬਿਲਕੁਲ। ਤੇ ਕੀ ਉਸ ਕਵਿਤਾ ਦੀ ਡੋਮੀਨੈਂਸ ਨੇ ਸੀਰੀਅਸ ਕਵਿਤਾ ਨੂੰ ਤਾਂ ਨਹੀਂ ਕਿਤੇ ਹਾਸ਼ੀਏ ਤੇ ਧੱਕਤਾ? ਇਹਦੇ ਨਾਲ ਹੀ ਮੇਰਾ ਸਵਾਲ ਇਹ ਹੈ ਕਿ ਉਸ ਕਵਿਤਾ ਦੇ ਪਾਪੂਲਰ ਹੋਣ ਦਾ ਕੀ ਕਾਰਨ ਹੈ ਕਿ ਇੰਨੀ ਪਾਪੂਲਰ ਆ ਉਹ, ਹਨਾ, ਕਿ ਇੱਕ ਇੱਕ ਗੀਤ ਨੂੰ 10-10 ਲੱਖ ਲੋਕ ਇੱਕ ਇੱਕ ਦਿਨ ਦੇ ਵਿੱਚ ਦੇਖ ਜਾਂਦੇ। ਇਹ ਦੋ ਹੀ ਸਵਾਲ ਕਿ ਇਹਨੇ ਹਾਸ਼ੀਏ ਤੇ ਤਾਂ ਨਹੀਂ ਧੱਕਿਆ, ਦੂਸਰੀ ਗੱਲ ਇਹਦੇ ਇੰਨੇ ਪਾਪੂਲਰ ਹੋਣ ਦੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਨੇ? ਇੱਕ ਤਾਂ ਮੇਰੀ ਇਹ ਬੜੀ ਮਾਨਤਾ ਪਹਿਲਾਂ ਤੋਂ ਬਣੀ ਹੋਈ ਹੈ ਕਿ ਜਿਹੜੇ ਕਿਤਾਬ ਪੜ੍ਹਨ ਵਾਲੇ ਜਾਂ ਗਿਆਨ ਦੀ ਤਲਾਸ਼ ਵਿੱਚ ਰਹਿਣ ਵਾਲੇ, ਜੁਸਜੂ ਵਾਲੇ ਲੋਕ, ਉਹ ਹਮੇਸ਼ਾ ਸਮਾਜ ਵਿੱਚ ਓਨੇ ਕੀ ਹੁੰਦੇ ਆ, ਉਹ ਘੱਟ ਗਿਣਤੀ ਵਿੱਚ ਹੁੰਦੇ ਆ। ਬਹੁਤ ਵਾਰੀ ਅਸੀਂ ਇਹ ਸਵਾਲ ਕਰਦੇ ਹਾਂ ਕਿ ਅੱਜ ਦੇ ਦੌਰ ਵਿੱਚ ਸ਼ਾਇਦ ਕਿਤਾਬ ਜਿਹੜੀ ਹੈ ਉਹ ਪਿੱਛੇ ਰਹਿ ਗਈ ਹੈ, ਜਾਂ ਜਿਹੜਾ ਪਾਠਕ ਹੈ ਉਹ ਨਹੀਂ ਰਿਹਾ। ਉਹ ਉਨੇ ਕੁ ਲੋਕ ਅਜੇ ਵੀ ਹੈਗੇ ਨੇ, ਉਨੀਆਂ ਕਿਤਾਬਾਂ ਅਜੇ ਵੀ ਛਪ ਰਹੀਆਂ ਨੇ, ਉਨੇ ਕੁ ਉਹਨਾਂ ਨੂੰ ਪੜ੍ਹਨ ਵਾਲੇ ਹੈਗੇ ਨੇ। ਤਾਂ ਇਸ ਤਰ੍ਹਾਂ ਜਿਹੜਾ ਇੱਕ ਗੰਭੀਰ ਸਾਹਿਤ ਹੈ ਉਹਦੀ ਆਪਣੀ ਇੱਕ ਸੀਮਤ ਦੁਨੀਆ ਹੁੰਦੀ ਹੈ ਮੇਰੇ ਲਿਹਾਜ਼ ਨਾਲ। ਤਾਂ ਉਹ ਉਹਨਾਂ ਕੁ ਆਪਣੇ ਉਸ ਸੀਮਤ ਦਾਇਰੇ ਦੇ ਅੰਦਰ ਅਜੇ ਵੀ ਲਿਖਿਆ ਜਾ ਰਿਹਾ, ਪੜ੍ਹਿਆ ਜਾ ਰਿਹਾ, ਵਿਚਰਿਆ ਜਾ ਰਿਹਾ। ਦੂਜੇ ਪਾਸੇ ਜਿਹੜਾ ਅੱਜ ਦੇ ਦੌਰ ਵਿੱਚ ਜਿਹਨੂੰ ਅਸੀਂ ਦ੍ਰਿਸ਼ਮਈ ਕਵਿਤਾ ਕਹਿੰਦੇ ਹਾਂ, ਜਿਹਨੂੰ ਤੁਸੀਂ ਗੀਤਾਂ ਦੇ ਹਵਾਲੇ ਨਾਲ ਜ਼ਿਕਰ ਕੀਤਾ, ਤਾਂ ਉਹ ਕਿਉਂਕਿ ਵੱਧ ਪ੍ਰਵਾਨਗੀ ਹਾਸਲ ਕਰ ਰਿਹਾ, ਉਹਦਾ ਕਾਰਨ ਫਿਰ ਇਹੀ ਹੁੰਦਾ ਕਿ ਜਿਹੜਾ ਵੀ ਇੱਕ ਨਵਾਂ ਰੁਝਾਨ ਸਮਾਜ ਦੇ ਅੰਦਰ ਆਉਂਦਾ, ਜਦੋਂ ਤੁਸੀਂ ਉਹਦੀ ਬਿਨਾਂ ਹੀ ਕਿਸੇ ਪੁਣ-ਛਾਣ ਕੀਤਿਆਂ ਉਹਦੇ ਪਿੱਛੇ ਲੱਗ ਜਾਂਦੇ ਆ ਜਾਂ ਉਹਦੇ ਪਿਛਲੱਗ ਬਣ ਜਾਂਦੇ ਆ, ਤਾਂ ਪੰਜਾਬ ਦਾ ਜਿਹੜਾ ਮਾਨਸ ਹੈ ਉਹ ਵੀ ਹੁਣ ਇਸ ਦੌਰ 'ਚੋਂ ਲੰਘ ਰਿਹਾ। ਇਹੀ ਕਾਰਨ ਹੈ ਕਿ ਜਿਹੜੇ ਪੰਜਾਬ ਦੇ ਗੀਤ ਨੇ, ਬੇਸ਼ੱਕ ਉਹਨਾਂ ਦੇ ਅੰਦਰ ਅੱਛੇ ਗੀਤ ਵੀ ਆ ਰਹੇ ਨੇ, ਪਰ ਜ਼ਿਆਦਾ ਜਿਹੜੇ ਕਹਿ ਲਓ ਹਿੰਸਕ ਬਿਰਤੀ ਵਾਲੇ ਜਾਂ ਹੋਰ ਤਰ੍ਹਾਂ ਦੇ ਗੀਤ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਨਹੀਂ ਹੋਣੇ ਚਾਹੀਦੇ, ਉਹਨਾਂ ਦਾ ਰੁਝਾਨ ਵੱਧ ਰਿਹਾ। ਅਤੇ ਕਾਰਨ ਵੀ ਇਹ ਹੈ ਕਿ ਜਿਹੜੇ ਸਾਡੀ ਬਹੁਤ ਵਾਰੀ ਹੁਣ ਨਵੀਂ ਨਸਲ ਹੈ ਉਹ ਪੜ੍ਹਨ ਨਾਲੋਂ ਸੁਣਨ ਵੱਲ ਜਾਂ ਦੇਖਣ ਵੱਲ ਜ਼ਿਆਦਾ ਰੁਚਿਤ ਹੋ ਰਹੀ ਹੈ। ਅਤੇ ਸਾਰੀ ਦੀ ਸਾਰੀ ਜਿਹੜੀ ਸਾਡੀ ਸੱਭਿਆਚਾਰ ਦੀ ਇੱਕ ਤਰ੍ਹਾਂ ਦੀ ਡੈਫੀਨੇਸ਼ਨ ਹੈ, ਉਹ ਜਿਹੜਾ ਦਰਸ਼ਨੀ ਸੱਭਿਆਚਾਰ ਆ ਉਹ ਹੀ ਸਾਡੇ ਕੋਲ ਰਹਿ ਗਿਆ, ਮਤਲਬ ਡੋਮੀਨੇਟ ਕਰ ਰਿਹਾ ਉਹਨੂੰ, ਉਹ 'ਤੇ ਭਾਰੂ ਹੋ ਰਿਹਾ। ਜਿਹੜਾ ਉਹਦਾ ਤਹਿ ਦੇ ਥੱਲੇ ਇੱਕ ਸਾਰ ਵਾਲਾ ਸੱਭਿਆਚਾਰ ਹੁੰਦਾ, ਉਹ ਸ਼ਾਇਦ ਸਾਡੇ ਕੋਲੋਂ ਅੱਖੋਂ ਪਰੋਖੇ ਹੋ ਗਿਆ। ਅਤੇ ਇਹ ਕੁਦਰਤੀ ਹੈ ਕਿ ਜਦੋਂ ਵੀ ਇੱਕ ਨਵਾਂ ਤਕਨਾਲੋਜੀ ਦਾ ਯੁੱਗ ਆਉਂਦਾ, ਨਵੇਂ ਰੁਝਾਨ ਆਉਂਦੇ ਸਮਾਜ ਦੇ, ਤਾਂ ਉਹ ਫਿਰ ਬਹੁਤ ਇੱਕ ਵਾਰੀ ਹੜ੍ਹ ਵਾਂਗੂ, ਵਹਾਅ ਵਾਂਗੂ ਆਉਂਦੇ ਆ। ਪਰ ਹੌਲੀ ਹੌਲੀ ਜਿਵੇਂ ਫਿਰ ਹੜ੍ਹ ਦਾ ਪਾਣੀ ਉਤਰਦਾ, ਫਿਰ ਅਸੀਂ ਆਪਣੀ ਜ਼ਮੀਨ ਨੂੰ ਦੁਬਾਰਾ ਤਲਾਸ਼ ਕਰਦੇ ਹਾਂ, ਉਹਨੂੰ ਵਾਹੁੰਦੇ ਹਾਂ, ਤਾਂ ਅਲਟੀਮੇਟਲੀ ਉਸ ਪਾਸੇ ਨੂੰ ਵੀ ਫਿਰ ਸ਼ਾਇਦ ਸਾਡਾ ਪੰਜਾਬ ਮੋੜਾ ਪਾਊਗਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਹੁਣ ਲੋਕ ਸੁਣਨ ਤੇ ਦੇਖਣ ਵੱਲ ਜ਼ਿਆਦਾ, ਪੜ੍ਹਨ ਨਾਲੋਂ ਰੁਚਿਤ ਹੋ ਰਹੇ ਨੇ। ਜੀ, ਦ੍ਰਿਸ਼ ਦਾ ਯੁੱਗ ਹੈ। ਤੇ ਕਿਤੇ ਇਹ ਵੀ ਇਸ ਤਰ੍ਹਾਂ ਦਾ ਵੀ ਕੋਈ ਖਿਆਲ ਹੋ ਸਕਦਾ ਕਿ ਅਸੀਂ ਜੇ ਇਹ ਮਾਧਿਅਮ ਪਾਪੂਲਰ ਹੋ ਰਹੇ ਨੇ ਦ੍ਰਿਸ਼ ਦਾ ਜਾਂ ਸੁਣਨ ਦਾ, ਕਿ ਸਾਡੀ ਕਵਿਤਾ ਉਸ ਮਾਧਿਅਮ ਦੇ ਨੇੜੇ ਪਹੁੰਚਣ ਲਈ ਕੁਛ ਆਪਦੇ ਆਪ 'ਚ ਤਬਦੀਲੀ ਕਰੇ, ਜਾਂ ਮੋੜਵੇਂ ਰੂਪ ਦੇ ਵਿੱਚ ਮੈਂ ਸਵਾਲ ਤੁਹਾਨੂੰ ਇਹ ਵੀ ਕਰ ਲੈਂਦਾ ਕਿ ਜਦੋਂ ਤੁਸੀਂ ਕਵਿਤਾ ਲਿਖਦੇ ਹੋ, ਹਰੇਕ ਲੇਖਕ ਦੇ ਮਨ 'ਚ ਅਚੇਤ ਸਚੇਤ ਇੱਕ ਪਾਠਕ ਬੈਠਾ ਹੁੰਦਾ ਜੀ, ਤਾਂ ਤੁਹਾਡੇ ਵੀ ਪਾਠਕ ਬੈਠਾ ਹੋਣਾ, ਕੀ ਉਹ ਪਾਠਕ ਅਸਰ ਪਾਉਂਦਾ? ਪਾਠਕ ਵੀ ਸ਼ਾਇਦ ਅਚੇਤ ਤੌਰ 'ਤੇ ਅਸਰ ਪਾਉਂਦਾ, ਪਰ ਬੁਨਿਆਦੀ ਤੌਰ 'ਤੇ ਤੁਸੀਂ ਆਪਣੀ ਇੱਕ ਤਬੀਅਤ ਦੇ ਅਨੁਸਾਰ ਹੁੰਦੇ ਆ। ਜਿਵੇਂ ਮੈਂ ਆਪਣੇ ਤੌਰ 'ਤੇ ਨਿੱਜੀ ਗੱਲ ਕਰਾਂ ਤਾਂ ਮੈਂ ਜ਼ਰਾ ਮੁਸ਼ਕਿਲ ਪਸੰਦ, ਉਰਦੂ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਮੁਸ਼ਕਿਲ ਪਸੰਦ ਮੈਂ ਸ਼ਾਇਰ ਹਾਂ। ਜ਼ਰਾ ਮੈਨੂੰ ਪੜ੍ਹਨਾ ਵੀ ਇਸ ਤਰ੍ਹਾਂ ਦਾ ਚੰਗਾ ਲੱਗਦਾ ਅਤੇ ਲਿਖਣਾ ਵੀ ਇਸ ਤਰ੍ਹਾਂ ਚੰਗਾ ਲੱਗਦਾ। ਮੇਰੇ ਪੜ੍ਹਨ ਵਾਲੇ ਬੇਸ਼ੱਕ ਉਹਨਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਪਰ ਮੇਰੀ ਕਵਿਤਾ ਨੂੰ ਮਾਣਨ ਵਾਲੇ ਲੋਕ ਫਿਰ ਸ਼ਾਇਦ ਮੇਰੇ ਕੋਲੋਂ ਉਸੇ ਤਰ੍ਹਾਂ ਦੀ ਤਵੱਕੋ ਕਰਦੇ ਆ। ਮੈਂ ਉਸੇ ਤਰ੍ਹਾਂ ਦਾ ਹੀ ਲਿਖਦਾ ਜਿਸ ਤਰ੍ਹਾਂ ਦਾ ਮਤਲਬ ਸ਼ੁਰੂ ਤੋਂ ਮੇਰੀ ਆਪਣੀ ਇੱਕ ਉਹਦੇ ਬਾਰੇ ਲਾਈਕਿੰਗ ਰਹੀ, ਲਿਖਣ ਬਾਰੇ ਜਾਂ ਪੜ੍ਹਨ ਬਾਰੇ। ਦੂਜੀ ਗੱਲ ਜਿਹੜੀ ਅਸੀਂ ਕਰ ਰਹੇ ਸੀ ਕਿ ਜੇ ਅੱਜ ਦੇ ਯੁੱਗ ਵਿੱਚ ਜਿਹੜੇ ਨਵੇਂ ਤਕਨਾਲੋਜੀ ਹੈ, ਕੀ ਅਸੀਂ ਕਵਿਤਾ ਨਾਲ ਉਹਨੂੰ ਸੰਬੰਧਿਤ ਕਰ ਸਕਦੇ ਹਾਂ, ਕਵਿਤਾ ਨੂੰ ਜ਼ਿੰਦਾ ਰੱਖਣ ਲਈ, ਕਵਿਤਾ ਨੂੰ ਪਸਾਰ ਕਰਨ ਲਈ। ਇਹ ਬਿਲਕੁਲ ਠੀਕ ਹੈ ਕਿ ਜੇ ਹੁਣ ਸਾਡੇ ਕੋਲ ਪੜ੍ਹਨ ਦੀ ਵੇਲ ਨਹੀਂ ਹੈ ਜਾਂ ਸਾਡਾ ਰੁਝਾਨ ਹੋ ਗਿਆ, ਤਾਂ ਸਾਡੇ ਕੋਲ ਸੁਣਨ ਦੀ ਤਾਂ ਬਹੁਤ ਇੱਕ ਤਰੀਕੇ ਨਾਲ ਸਾਡੇ ਅੰਦਰ ਧਾਰਨਾ ਪਈ ਹੋਈ ਹੈ, ਸੁਣਨ ਦੀ ਤਾਂ ਸਾਡੇ ਅੰਦਰ ਬਹੁਤ ਕੋਸ਼ਿਸ਼ ਹੈ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਅੱਜ ਕੱਲ੍ਹ ਕਿਤਾਬਾਂ ਆਡੀਓ ਬੁੱਕ ਦੇ ਰੂਪ ਵਿੱਚ ਜਾਂ ਆ ਰਹੀਆਂ, ਅਤੇ ਸਾਨੂੰ ਇਹ ਅਪਣਾਉਣਾ ਵੀ ਚਾਹੀਦਾ। ਇੱਕ ਜਿਹੜੀ ਕਿਤਾਬ ਦਾ ਰੂਪ ਹੈ, ਪ੍ਰਕਾਸ਼ਿਤ ਰੂਪ ਹੈ, ਉਹਦੇ ਨਾਲ ਨਾਲ ਫਿਰ ਜਿਹੜਾ ਇੱਕ ਸਰਵਣੀ ਸਾਡੇ ਕੋਲ ਪਰੰਪਰਾ ਰਹੀ ਹੈ, ਉਹਨੂੰ ਦੁਬਾਰਾ ਤੋਂ ਪੁਨਰ ਸਰਜੀਤ ਕਰਨ ਦੀ ਲੋੜ ਹੈ। ਬਲਕਿ ਇਹ ਜ਼ਿਆਦਾ ਅੱਛਾ ਹੋ ਸਕਦਾ ਹੁਣ ਅਸੀਂ ਬਹੁਤ ਸਾਰੀਆਂ ਸੰਗੀਤ ਨਾਲ ਜੋੜ ਕੇ, ਉਹਨੂੰ ਦ੍ਰਿਸ਼ਾਂ ਨਾਲ ਜੋੜ ਕੇ
ਵੀ ਆਪਣੀ ਕਵਿਤਾ ਨੂੰ ਲੋਕਾਂ ਦੇ ਅੰਦਰ ਲਿਜਾ ਸਕਦੇ ਹਾਂ। ਤਾਂ ਇਹ ਇੱਕ ਅੱਛਾ ਰੁਝਾਨ ਹੈ ਔਰ ਸਾਨੂੰ ਇਹਦੇ 'ਤੇ ਕੰਮ ਕਰਨਾ ਚਾਹੀਦਾ। ਮੇਰੇ ਖਿਆਲ ਇਹ ਗੁਰਤੇਜ ਤਾਂ ਮੈਂ ਜ਼ਰੂਰ ਇਸ ਵਕਤ ਕਹਿਣਾ ਚਾਹੂੰਗਾ ਤੁਹਾਡੀ ਪੋਇਟਰੀ ਬਾਰੇ ਕਿ ਭਾਵੇਂ ਤੁਹਾਡੀ ਪੋਇਟਰੀ ਕਵਿਤਾ ਜਟਲ ਆ, ਸੂਖਮ ਆ, ਗਹਿਰੀ ਆ, ਪਰ ਉਹ ਬਹੁਤ ਪਪੂਲਰ ਵੀ ਹੈ ਜੀ। ਇਹ ਨਹੀਂ ਹੈਗਾ ਕਿ ਲੋਕ ਤੁਹਾਡੇ ਘੱਟ ਪਾਠਕ ਨੇ ਜਾਂ ਘੱਟ ਸੁਣਦੇ ਆ, ਬਹੁਤ ਵੱਡੀ ਤਾਦਾਦ ਦੇ ਵਿੱਚ ਤੁਹਾਨੂੰ ਪੜ੍ਹਿਆ ਜਾਂਦਾ। ਤੇ ਇਹ ਪੰਜਾਬੀ ਪਾਠਕ ਵਰਗ ਤੇ ਪੰਜਾਬੀ ਸਾਹਿਤਕ ਸੰਸਾਰ ਲਈ ਇੱਕ ਚੰਗੀ ਗੱਲ ਹੀ ਹੈ। ਇੱਕ ਇਹਦੇ ਨਾਲ ਹੀ ਮੇਰੇ ਹੁਣ ਮਨ 'ਚ ਗੱਲ ਆ ਰਹੀ ਹੈ ਕਿ ਇੱਕ ਕਵੀ ਹੁੰਦਾ, ਇੱਕ ਉਹਦੀ ਕਵਿਤਾ ਹੁੰਦੀ ਹੈ। ਜਿਹੜੀ ਕਵਿਤਾ ਨੂੰ ਕੀ ਕਵੀ ਦਾ ਵਿਅਕਤਿਤਵ ਪ੍ਰਭਾਵਿਤ ਕਰਦਾ ਇਨ ਜਨਰਲ, ਕਿ ਜਦੋਂ ਉਹ ਪਬਲਿਕ ਸਪੇਸ ਦੇ ਵਿੱਚ ਚਲੀ ਗਈ ਜੀ, ਲੋਕ ਸਮੂਹ ਦੇ ਘੇਰੇ ਵਿੱਚ ਚਲੀ ਗਈ, ਇਸ ਗੱਲ ਨਾਲ ਕੀ ਫਰਕ ਪੈਂਦਾ ਕਿ ਇਹ ਕਵਿਤਾ ਗੁਰਤੇਜ ਕੁਹਾਰਵਾਲਾ ਨੇ ਲਿਖੀ ਹੈ ਤੇ ਗੁਰਤੇਜ ਕੁਹਾਰਵਾਲਾ ਤੌਰ ਹਿਊਮਨ ਬੀਇੰਗ ਇਸ ਤਰ੍ਹਾਂ ਦਾ ਮਨੁੱਖ। ਉਹ ਮੈਂ ਗੁਰਮੁਖ ਜੀ ਇੱਕ ਪਿਛਲੇ ਦਿਨਾਂ 'ਚ ਸ਼ੇਰ ਲਿਖੇ, ਨਵਾਂ ਸ਼ੇਰ ਸੀ ਉਹਦੇ 'ਚ ਕਿ ਰੁੜ ਰਹੀ ਮਿੱਟੀ ਤੇ ਅੱਖਰ ਧਰ ਕੇ ਇੱਥੇ ਆ ਗਿਆ, ਰੁੜ ਰਹੀ ਮਿੱਟੀ ਤੇ ਅੱਖਰ ਧਰ ਕੇ ਇੱਥੇ ਆ ਗਿਆ, ਵਾਕ ਮੇਰੇ ਵਹਿ ਗਏ ਮੈਂ ਤਰ ਕੇ ਇੱਥੇ ਆ ਗਿਆ। ਤਾਂ ਇਹ ਜਦੋਂ ਮੈਂ ਇਹਨੂੰ ਲਿਖ ਰਿਹਾ ਸੀ ਤਾਂ ਉਹ ਜਿਹੜਾ ਕਵਿਤਾ ਤੇ ਕਵੀ ਦੇ ਦੁਫੇੜ ਦੀ ਇੱਕ ਤਰੀਕਾ ਨਾਲ ਜਿਹੜੀ ਕਸ਼ਮਕਸ਼ ਸੀ ਉਹ ਮੇਰੇ ਅੰਦਰ ਪਈ ਹੋਈ ਸੀ ਕਿ ਬਹੁਤ ਵਾਰੀ ਕਵੀ ਦੀ ਕਵਿਤਾ ਪਿੱਛੇ ਰਹਿ ਜਾਂਦੀ ਹੈ, ਕਵੀ ਆਪ ਅੱਗੇ ਨਿਕਲ ਜਾਂਦਾ ਹੈ, ਜਾਂ ਕਵੀ ਉਸ ਪੁਰਸਕ੍ਰਿਤ ਜਗ੍ਹਾ ਉੱਤੇ ਪਹੁੰਚ ਜਾਂਦਾ ਹੈ ਜਿੱਥੇ ਉਹਦੀ ਕਵਿਤਾ ਨੂੰ ਹੋਣਾ ਚਾਹੀਦਾ ਸੀ, ਪਰ ਉਹਦੀ ਕਵਿਤਾ ਬਹੁਤ ਕਿਤੇ ਪਿੱਛੇ ਪਈ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਮੇਰੇ ਨਜ਼ਦੀਕ ਇਹ ਹੈ ਕਿ ਕਵੀ ਦਾ ਜਿਹੜਾ ਵਿਹਾਰ ਹੈ, ਸਮਾਜਿਕ ਵਿਹਾਰ ਹੈ, ਜਾਂ ਉਹਦੀ ਸਾਰੀ ਫਲਸਫਾ ਹੈ, ਉਹ ਉਹਦੀ ਕਵਿਤਾ ਜੋ ਉਹ ਲਿਖ ਰਿਹਾ ਉਹਦੇ ਵਿਹਾਰ ਵਿੱਚ ਵੀ ਉਹ ਢਲਿਆ ਹੋਣਾ ਚਾਹੀਦਾ ਹੈ। ਅਦਰਵਾਈਜ਼ ਫਿਰ ਲੋਕਾਂ ਦਾ ਸਾਹਿਤ ਤੋਂ ਜਾਂ ਕਵਿਤਾ ਤੋਂ ਮੋਹ ਭੰਗ ਹੋਣ ਦਾ ਇਹੀ ਕਾਰਨ ਹੈ ਕਿ ਜਦੋਂ ਸਾਡਾ ਕਿਰਦਾਰ ਚਾਹੇ ਉਹ ਕਵੀ ਦਾ ਜ਼ਾਤੀ ਤੌਰ 'ਤੇ ਜਾਂ ਮਨੁੱਖ ਦੇ ਤੌਰ 'ਤੇ ਉਹਦੀ ਕਵਿਤਾ ਤੋਂ ਕਿਤੇ ਪਾਸੇ ਪਿਆ ਹੁੰਦਾ, ਜਿਵੇਂ ਅਸੀਂ ਮੰਨਦੇ ਹਾਂ ਕਿ ਕਵਿਤਾ ਦੇ ਸ਼ਬਦ ਅੰਦਰ ਉਹਦਾ ਅਰਥ ਪਿਆ ਹੁੰਦਾ, ਤਾਂ ਇਸ ਤਰ੍ਹਾਂ ਕਵਿਤਾ ਦੇ ਅੰਦਰ ਕਵੀ ਨੂੰ ਹਮੇਸ਼ਾ ਆਪਣੇ ਕਿਰਦਾਰ ਸਮੇਤ ਹਾਜ਼ਰ ਹੋਣਾ ਚਾਹੀਦਾ। ਤੁਸੀਂ ਇਸ ਮਾਮਲੇ 'ਚ ਆਪਣੇ ਨੂੰ ਸਫਲ ਪਾਉਂਦੇ ਹੋ? ਮੇਰੀ ਕੋਸ਼ਿਸ਼ ਹੈ, ਕਿਉਂਕਿ ਸਫਲਤਾ ਤਾਂ ਖੈਰ ਪੜ੍ਹਨ ਵਾਲਿਆਂ ਨੇ ਅੰਦਾਜ਼ਾ ਲਾਉਣਾ ਹੁੰਦਾ, ਪਰ ਮੈਂ ਜਿੰਨੀ ਕੁ ਮੇਰੀ ਆਪਣੀ ਮਤਲਬ ਸੁਹਿਰਦਤਾ ਹੈ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਮੇਰਾ ਜਿਹੜਾ ਕਾਰ ਵਿਹਾਰ ਵੀ ਉਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਦਾ ਮੈਂ ਲਿਖਣ ਦੀ ਕੋਸ਼ਿਸ਼ ਕਰਦਾ। ਤੇ ਕਵਿਤਾ ਦੇ ਅੰਦਰ ਹਮੇਸ਼ਾ ਹੀ, ਕਿਉਂਕਿ ਕਵਿਤਾ ਇੱਕ ਸੰਕੇਤਾਂ ਦਾ ਸੰਸਾਰ ਹੈ, ਇੱਥੇ ਬਹੁਤ ਵਾਰੀ ਹੋ ਜਾਂਦਾ ਜਿਵੇਂ ਇੱਕ ਅੱਧਾ ਮੈਂ ਸ਼ੇਰ ਇਸ ਤਰ੍ਹਾਂ ਲਿਖਿਆ ਸੀ ਕਿ ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਤੇ ਇਸ ਤਰ੍ਹਾਂ ਕਿਤੇ ਨਾ ਕਿਤੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹਦੇ ਅੰਦਰ ਕੋਈ ਨਾ ਕੋਈ ਬੰਦਿਸ਼ਾਂ, ਉਹਦੇ ਅੰਦਰ ਕੋਈ ਨਾ ਕੋਈ ਦੁਫੇੜ, ਉਹਦੇ ਅੰਦਰ ਕੋਈ ਨਾ ਕੋਈ ਅਯੋਗਤਾ ਵੀ ਪਈ ਹੁੰਦੀ ਹੈ, ਪਰ ਇਹ ਬਹੁਤ ਸੁਮੇਲ ਹੋਣਾ ਚਾਹੀਦਾ ਜਾਂਦੀ ਅਸਲੀ ਰੂਪ ਵਿੱਚ। ਕਵੀ ਮਨ ਦਾ ਸੰਵੇਦਨਸ਼ੀਲ ਹੁੰਦਾ ਹੈ ਨਾ, ਸੈਂਸਿਟਿਵ ਹੁੰਦਾ ਜੀ। ਤੇ ਤੁਸੀਂ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆਂ, ਜ਼ਿੰਦਗੀ ਦੇ ਸੰਘਰਸ਼ ਨੂੰ ਜਿਉਂਦਿਆਂ ਹੋਇਆਂ, ਉਸ ਸੰਘਰਸ਼ ਦੇ ਵਿੱਚ ਤੁਹਾਡੇ ਕਵੀ ਮਨ ਨੇ, ਕਵੀ ਆਪੇ ਨੇ ਤੁਹਾਨੂੰ ਕੀ ਪ੍ਰਾਪਤੀਆਂ ਦਵਾਈਆਂ? ਕਦੇ ਇਹ ਵੀ ਮਹਿਸੂਸ ਕੀਤਾ ਕਿ ਆਹ ਜਿਹੜਾ ਮੇਰਾ ਸੈਂਸਿਟਿਵ ਆਪਾ ਇਹਨੇ ਮੈਨੂੰ ਆਹ ਨੁਕਸਾਨ ਪਹੁੰਚਾਤਾ? ਜਿਹੜੀ ਕਵੀ ਹੋਣ ਨੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਅਲੱਗ-ਅਲੱਗ ਪੜਾਵਾਂ ਤੇ? ਬਹੁਤ ਵਾਰੀ ਮਤਲਬ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਕਵੀ ਹੁੰਦਾ ਉਹਦੀ ਬਹੁਤੀ ਲੜਾਈ ਆਪਣੇ ਆਪ ਨਾਲ ਹੁੰਦੀ ਹੈ, ਜਾਂ ਉਹਦੀ ਜਿਹੜੀ ਸਭ ਤੋਂ ਸੱਚੀ ਲੜਾਈ ਹੁੰਦੀ ਹੈ ਕਿ ਉਹਦੇ ਅੰਦਰੋਂ ਹੀ ਸ਼ੁਰੂ ਹੁੰਦੀ ਹੈ। ਮੈਂ ਇੱਕ ਸ਼ੇਰ ਕਿਤੇ ਲਿਖਿਆ ਸੀ ਕਿ ਸਾਹਮਣੇ ਵਾਲੇ ਵੀ ਮਾਰੇ ਬਹੁਤਾ ਖੁਦ ਨੂੰ ਵੱਢਿਆ, ਸਾਹਮਣੇ ਵਾਲੇ ਵੀ ਮਾਰੇ ਬਹੁਤਾ ਖੁਦ ਨੂੰ ਵੱਢਿਆ, ਆਪਣੇ ਤੱਕ ਇੱਕ ਲੜਾਈ ਲੰਘ ਕੇ ਆਉਣਾ ਪਿਆ। ਤਾਂ ਇਉਂ ਕਵਿਤਾ ਦੇ ਰਾਹ 'ਤੇ ਇੱਕ ਤਰੀਕੇ ਨਾਲ ਲਗਾਤਾਰ ਇੱਕ ਕਸ਼ਮਕਸ਼ ਹੈ, ਇੱਕ ਬਹੁਤ ਤੁਹਾਨੂੰ ਤਕਲੀਫ ਦੇ ਦੌਰ 'ਚੋਂ ਗੁਜ਼ਰਨਾ ਹੁੰਦਾ ਸਾਰੀਆਂ ਚੀਜ਼ਾਂ ਨੂੰ। ਮਤਲਬ ਜਿਵੇਂ ਇੱਕ ਬੋਧ ਕਥਾ ਨਾ ਸਾਡੇ ਕਿ ਇੱਕ ਕਿਸੇ ਬਾਦਸ਼ਾਹ ਦੀ ਰਿਆਸਤ ਦੇ ਅੰਦਰ ਕਿਸੇ ਬੰਦੇ ਨੇ ਕੋਈ ਐਸਾ ਜੁਰਮ ਕਰ ਦਿੱਤਾ ਤੇ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ, ਉਹਨੇ ਇੱਕੋਦਮ ਹੁਕਮ ਦਿੱਤਾ ਵੀ ਇਹਦਾ ਦਰਬਾਰ ਵਿੱਚ ਸਿਰ ਕਲਮ ਕਰ ਦਿੱਤਾ ਜਾਵੇ ਫੌਰਨ। ਪਰ ਫਿਰ ਅਗਲੀ ਛਿਣ ਬਾਦਸ਼ਾਹ ਨੂੰ ਆਇਆ ਕਿ ਇਹਦਾ ਜਿਹੜਾ ਜੁਰਮ ਹੈ ਉਹ ਇੰਨਾ ਵੱਡਾ ਕਿ ਇਹ ਤਾਂ ਸਜ਼ਾ ਲਈ ਬਹੁਤ ਮਾਮੂਲੀ ਹੈ। ਉਹਨੇ ਫਿਰ ਆਪਣੇ ਹੁਕਮ ਨੂੰ ਬਦਲਦਿਆਂ ਹੋਇਆਂ ਕਿਹਾ ਆਪਣੇ ਸਿਪਾਹੀਆਂ ਨੂੰ ਕਿ ਇਸ ਬੰਦੇ ਨੂੰ ਰਿਆਸਤ ਦੇ ਸਭ ਤੋਂ ਸੰਘਣੇ ਭੈੜੇ ਜਿਹੜਾ ਦੁਰਗਮ ਜੰਗਲ ਹੈ ਉਹਦੇ ਵਿੱਚ ਦੀ ਧੂੰਦੇ ਹੋਏ ਲੈ ਕੇ ਜਾਓ ਤੇ ਪਰਲੇ ਪਾਰੇ ਦਾ ਸਿਰ ਵੱਢ ਕੇ ਫਿਰ ਮੈਨੂੰ ਲਿਆ ਕੇ ਪੇਸ਼ ਕਰੋ। ਤਾਂ ਜਦੋਂ ਉਹ ਸਿਪਾਹੀ ਉਸ ਦੋਸ਼ੀ ਨੂੰ ਜੰਗਲ ਵਿੱਚ ਦੀ ਧੂੰਦੇ ਹੋਏ ਲਿਜਾ ਰਹੇ ਸੀ
ਤੇ ਜ਼ਾਹਰ ਹੈ ਕਿ ਜਿਸ ਤਰ੍ਹਾਂ ਦਾ ਉਹ ਜੰਗਲ ਸੀ, ਸਿਪਾਹੀਆਂ ਦੀਆਂ ਵਰਦੀਆਂ ਫਟ ਗਈਆਂ, ਉਹ ਜ਼ਖਮੀ ਹੋ ਗਏ, ਜਿਹੜਾ ਦੋਸ਼ੀ ਸੀ ਉਹ ਵੀ ਲਹੂ ਲੁਹਾਨ ਹੋ ਗਿਆ। ਤਾਂ ਉਹਨੇ ਤਕਲੀਫ ਨਾਲ ਕਿਹਾ ਕਿ ਭਰਾਓ, ਤੁਸੀਂ ਮੈਨੂੰ ਮਾਰ ਤਾਂ ਦੇਣਾ ਹੀ ਹੈ, ਤੇ ਇਹ ਦੁੱਖ ਹੁਣ ਕਿਸ ਲਈ ਦੇ ਰਹੇ ਹੋ? ਇੱਥੇ ਮੇਰਾ ਕੰਮ ਮੁਕਾਓ ਤੇ ਤੁਸੀਂ ਵੀ ਵਾਪਸ ਜਾਓ। ਤੇ ਸਿਪਾਹੀਆਂ ਨੇ ਕਿਹਾ ਵੀ ਤੈਨੂੰ ਆਪਣੇ ਦੁੱਖ ਦੀ ਪਈ ਹੈ, ਤੂੰ ਸਾਡਾ ਸੋਚ ਕੇ ਅਸੀਂ ਤੈਨੂੰ ਮਾਰ ਕੇ ਵਾਪਸ ਫੇਰ ਇਸੇ ਹੀ ਜੰਗਲ ਵਿੱਚ ਦੀ ਵਾਪਸ ਆਉਣਾ। ਤਾਂ ਇਸ ਤਰ੍ਹਾਂ ਜਿਹੜਾ ਕਵੀ ਹੁੰਦਾ ਉਹ ਇੱਕ ਤਰੀਕੇ ਨਾਲ ਇਸ ਤਰ੍ਹਾਂ ਦੀ ਦੂਰੀ ਇੱਕ ਯਾਤਰਾ 'ਤੇ ਨਿਕਲਦਾ, ਸਫ਼ਰ 'ਤੇ ਨਿਕਲਦਾ। ਉਹ ਸਾਰੇ ਸਮਾਜ ਦੇ ਦੁੱਖਾਂ ਨੂੰ ਲੈ ਕੇ ਇੱਕ ਕਵਿਤਾ ਦੇ ਤੱਕ ਪਹੁੰਚਦਾ, ਤੇ ਫਿਰ ਕਵਿਤਾ ਨੂੰ ਲੈ ਕੇ ਉਸ ਸਾਰੇ ਦੁੱਖ ਨੂੰ ਦੁਬਾਰਾ ਤੋਂ ਰੀਲਿਵ ਕਰਦਾ, ਉਹ ਸਾਰੇ ਸੰਤਾਪ ਨੂੰ, ਉਹ ਸਾਰੇ ਮਸਲਿਆਂ ਨੂੰ, ਸਮੱਸਿਆਵਾਂ ਨੂੰ। ਤਾਂ ਇਉਂ ਮਤਲਬ ਮੇਰੇ ਅਨੁਭਵ ਦੇ ਅੰਦਰ ਜਿਹੜੀ ਕਵਿਤਾ ਮੇਰੇ ਲਈ, ਚਾਹੇ ਉਹ ਸੰਤਾਪ ਦੀ ਕਵਿਤਾ ਹੋਵੇ, ਚਾਹੇ ਉਹ ਖੁਸ਼ੀ ਦੀ ਕਵਿਤਾ ਹੋਵੇ, ਇੱਕ ਤਰ੍ਹਾਂ ਸਕੂਨ ਦਾ ਕਾਰਨ ਬਣਦੀ ਹੈ। ਤੇ ਮਤਲਬ ਸ਼ਾਇਦ ਕਵਿਤਾਕਾਰੀ ਨੇ ਮੈਨੂੰ ਅੰਦਰੋਂ ਜਿਉਂਦਾ ਰੱਖਿਆ, ਕਵਿਤਾਕਾਰੀ ਨੇ ਮੈਨੂੰ ਅੰਦਰੋਂ ਸੰਵੇਦਨਸ਼ੀਲ ਰੱਖਿਆ। ਇਹ ਕਵਿਤਾ ਦਾ ਮਤਲਬ ਮੇਰੇ ਨਾਲ ਜਿਹੜਾ ਇੱਕ ਵਾਸਤਾ ਬਣਿਆ, ਮੈਂ ਇਹਦੇ ਵਿੱਚ ਚੰਗਾ ਮਹਿਸੂਸ ਕਰਦਾ। ਵੈਸੇ ਤਾਂ ਇਹ ਸਵਾਲ ਦੂਜਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਜਿੱਥੇ ਗੁਰਤੇਜ ਹੋਰੀ ਹੁੰਦੇ ਨੇ ਜਾਂ ਜਿੱਥੇ ਗੁਰਤੇਜ ਹੋਰੀ ਰਹੇ, ਉੱਥੋਂ ਦੇ ਚੌਗਿਰਦੇ ਨੇ ਕੀ ਚੰਗਿਆਈ ਅਖਤਿਆਰ ਕਰ ਲਈ ਤੁਹਾਡੇ ਹੋਣ ਨਾਲ। ਤੁਸੀਂ ਘਰੇ ਰਹੇ, ਆਪਣੇ ਪਰਿਵਾਰ ਨਾਲ ਰਹਿੰਦੇ ਰਹੇ, ਕਾਲਜ ਦੇ ਵਿੱਚ ਰਹਿੰਦੇ ਰਹੇ, ਜਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵਿਚਰਦੇ ਰਹੇ। ਪਰ ਮੇਰਾ ਜੀ ਇਹ ਕਰਦਾ ਕਿ ਮੈਂ ਤੁਹਾਡੇ ਤੋਂ ਵੀ ਇਹ ਸਵਾਲ ਪੁੱਛਾਂ ਕਿ ਜੇ ਕਾਲਜ ਦੇ ਵਿੱਚ ਗੁਰਤੇਜ ਨਾ ਹੁੰਦਾ, ਕਿਸੇ ਹੋਰ ਕਾਲਜ ਦੇ ਵਿੱਚ ਹੁੰਦਾ, ਤਾਂ ਕੀ RST ਕਾਲਜ ਫਿਰੋਜ਼ਪੁਰ ਨੂੰ ਕੋਈ ਫਰਕ ਪੈਣਾ ਸੀ? ਜਾਂ ਤੁਹਾਡੇ ਹੋਣ ਨਾਲ ਉੱਥੇ ਕਿਹੜੀਆਂ ਚੀਜ਼ਾਂ ਵਾਪਰਦੀਆਂ? ਮੈਂ ਇਸ ਤਰ੍ਹਾਂ ਕਦੇ ਸੋਚਿਆ ਨਹੀਂ ਹੈ, ਪਰ ਫਿਰ ਵੀ ਇਸ ਤਰ੍ਹਾਂ ਦੀ ਗੱਲ ਨੂੰ ਵੀ ਤੁਹਾਨੂੰ ਅਚਾਨਕ ਕਈ ਵਾਰੀ ਸੋਚਣਾ ਚਾਹੀਦਾ ਜਾਂ ਸੋਚਣਾ ਪੈਂਦਾ। ਤਾਂ ਇੱਕ ਤਾਂ ਇਹ ਹੈ ਕਿ ਮੇਰਾ ਕਵੀ ਹੋਣ ਦੇ ਨਾਤੇ ਜਿਹੜਾ ਅਧਿਆਪਕ ਹੋਣ ਦਾ ਇੱਕ ਸਬਬ ਬਣਿਆ, ਉਹਦਾ ਫਾਇਦਾ ਮੈਨੂੰ ਹੋਇਆ ਕਿ ਮੈਂ ਕਵਿਤਾ ਨੂੰ ਚੰਗੀ ਤਰ੍ਹਾਂ ਸਮਝ ਸਕਿਆ ਤੇ ਅੱਗੋਂ ਵਿਦਿਆਰਥੀਆਂ ਨੂੰ ਉਸ ਤਰੀਕੇ ਨਾਲ ਦੱਸ ਸਕਿਆ। ਹੋ ਸਕਦਾ ਜਿਹੜੇ ਦੂਸਰੇ ਅਧਿਆਪਕ ਕਵਿਤਾ ਨੂੰ ਉਸ ਤਰ੍ਹਾਂ ਨਾ ਜਾਣਦੇ ਹੋਣ, ਉਹ ਸ਼ਾਇਦ ਫਿਰ ਸਾਹਿਤ ਨੂੰ ਜਾਂ ਕਵਿਤਾ ਨੂੰ ਆਪਣੇ ਵਿਦਿਆਰਥੀਆਂ ਤੱਕ ਵੀ ਉਸ ਤਰ੍ਹਾਂ ਨਾਲ ਜਾ ਸਕੇ ਹੋਣ। ਤਾਂ ਇਹ ਇੱਕ ਮੈਨੂੰ ਅੰਦਾਜ਼ਾ ਵੀ ਆਪਣੇ ਵਿਦਿਆਰਥੀਆਂ ਦੇ ਸਾਰੇ ਉਸ ਪੁਰਾਣੇ ਹੁੰਗਾਰੇ ਤੋਂ ਕਿ ਮੈਂ ਇੱਕ ਮਤਲਬ ਠੀਕ ਅਧਿਆਪਕ ਉਹਨਾਂ ਲਈ ਸਾਬਤ ਹੋਇਆ। ਫਿਰ ਆਲੇ ਦੁਆਲੇ ਜਿਸ ਕਿਸਮ ਦੀ ਵੀ ਤੁਹਾਡੀ ਕਲਾ ਨਾਲ ਜੁੜੀ ਸਰਗਰਮੀ ਹੁੰਦੀ ਹੈ, ਤੁਸੀਂ ਉਸ ਸੰਸਥਾ 'ਚ ਰਹਿੰਦੇ ਹੋਇਆ ਵੱਖ-ਵੱਖ ਕਹਿ ਲਓ ਜ਼ਿੰਮੇਵਾਰੀਆਂ ਦੇ ਵਿੱਚ ਪਏ ਹੁੰਦੇ ਆ। ਤਾਂ ਮੈਂ ਮੇਰਾ ਖਿਆਲ ਆਪਣੀ ਜਿਹੜੀ ਸਲਾਹੀਅਤ ਸੀ ਮੇਰੇ ਅੰਦਰ ਇਹ ਕਵਿਤਾ ਦੀ, ਕਲਾ ਦੀ ਜਾਂ ਐਸਥੈਟਿਕਸ ਦੀ ਕੋਈ, ਉਹ ਮੈਂ ਜ਼ਰੂਰ ਆਪਣੇ ਕਾਲਜ ਨੂੰ, ਆਪਣੇ ਵਿਦਿਆਰਥੀਆਂ ਨੂੰ ਦੇ ਸਕਿਆ। ਮੈਨੂੰ ਇਸ ਦੀ ਤਸੱਲੀ ਹੈ। ਮੇਰਾ ਖਿਆਲ ਗੁਰਤੇਜ ਕੁਝ ਕਵਿਤਾਵਾਂ ਵੀ ਅਸੀਂ ਤੁਹਾਡੇ ਤੋਂ ਸੁਣੀਆਂ ਨੇ, ਕਿਉਂਕਿ ਦਰਸ਼ਕ ਤਾਂ ਹਮੇਸ਼ਾ ਸਭ ਤੋਂ ਪਹਿਲਾਂ ਇਹੀ ਚਾਹੁੰਦੇ ਨੇ ਕਿ ਗੁਰਤੇਜ ਹੋਰੀ ਕੋਈ ਕਵਿਤਾ, ਗਜ਼ਲ ਜ਼ਰੂਰ ਸੁਣਾਓ। ਤਾਂ ਮੇਰੀ ਜਿਹੜੇ ਮਨ 'ਚ ਹੁਣ ਖਿਆਲ ਆ ਰਿਹਾ ਕਿ ਜਿਹੜੀ ਤੁਹਾਡੇ ਤੋਂ ਸੁਣਿਆ ਜਾਵੇ ਉਹ ਤੁਹਾਡੀ ਕਿਤਾਬਾਂ ਵਰਗਿਆਂ ਲੋਕਾਂ ਨੂੰ। ਉਹ ਗਜ਼ਲ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ 2015 'ਚ ਮੇਰੀ ਕਿਤਾਬ ਆਈ ਹੈ, ਤਾਂ ਮੇਰਾ ਇੱਕ ਜਿਹੜਾ ਲਿਖਣ ਦਾ ਪ੍ਰੋਸੈਸ ਵੀ ਉਹ ਵੀ ਬੜਾ ਅਜੀਬੋ-ਗਰੀਬ ਹੈ ਕਿ ਕਈ ਵਾਰੀ ਮੈਂ 2-2 3-3 4 ਸਾਲ ਕੋਈ ਚੀਜ਼ ਨਹੀਂ ਲਿਖਦਾ। ਤਾਂ ਮੈਂ ਫਿਰ ਬਹੁਤ ਵਾਰੀ ਜਿਹੜਾ ਇੱਕ ਫੁੱਲ ਟਾਈਮ ਕਵੀ ਨਹੀਂ ਹੁੰਦਾ, ਜਾਂ ਬਹੁਤ ਵਾਰ ਮਤਲਬ ਕਿਸੇ ਹਿੰਦੀ ਕਵੀ ਨੇ ਤਾਂ ਇਹ ਵੀ ਕਿਹਾ ਕਿ ਮੈਂ ਬਹੁਤ ਵਾਰੀ ਫੁੱਲ ਟਾਈਮ ਇਨਸਾਨ ਵੀ ਨਹੀਂ ਹੁੰਦਾ, ਕਵੀ ਹੋਣਾ ਤਾਂ ਇਸ ਤੋਂ ਬਾਅਦ ਦੀ ਗੱਲ ਹੈ। ਤਾਂ ਇਸ ਤਰ੍ਹਾਂ ਜਿਹੜੀ ਕਵਿਤਾ ਦਾ ਪ੍ਰੋਸੈਸ ਹੈ ਜਾਂ ਕਵਿਤਾ ਦਾ ਮੇਰਾ ਲਿਖਣ ਦਾ ਉਹ ਇੱਕ ਆਪਣਾ ਹੀ ਤਰੀਕਾ ਹੈ। ਅਤੇ ਇਹ ਮੈਂ ਜਦੋਂ ਕਿਤਾਬ ਮੇਰੀ ਮੁਕੰਮਲ ਹੋਣ ਦਾ ਫਿਰ ਸਬੱਬ ਵੀ ਇਹਦੇ ਕਾਰਨ ਬਣਿਆ 2015 ਦੇ ਵਿੱਚ ਕਿ ਮੈਂ 6 ਮਹੀਨਿਆਂ ਦੇ ਅੰਦਰ ਕੋਈ 12-15 ਚੀਜ਼ਾਂ ਨਵੀਆਂ ਲਿਖੀਆਂ, ਜਿਹਦੇ ਨਾਲ ਮੇਰੀ ਕਿਤਾਬ ਇਹ ਉਹਦਾ ਵਾਲੀਅਮ ਪੂਰਾ ਬਣ ਸਕਿਆ। ਤਾਂ ਉਸ ਦੌਰ ਦੀ ਫਿਰ ਇਹ ਕਵਿਤਾ ਕਿ ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਜੇ ਖੁੱਲ੍ਹੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਜੇ ਖੁੱਲ੍ਹੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਜੇ ਖੁੱਲ੍ਹੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ
ਮੋੜ ਲੈਂਦਾ ਹਾਂ। ਔਰ ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਮੈਂ ਉਸ ਦੀ ਰਾਤ 'ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਮੈਂ ਉਸ ਦੀ ਰਾਤ 'ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਔਰ ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ, ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ, ਵਿਦਾਈ ਬਾਅਦ ਫਿਰ ਪਾਣੀ ਪਿਛਾਂਹ ਨੂੰ ਮੋੜ ਲੈਂਦਾ ਹਾਂ। ਔਰ ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਬਹੁਤ ਕਵਿਤਾਵਾਂ ਤੁਹਾਡੇ ਤੋਂ ਅਸੀਂ ਹੋਰ ਵੀ ਸੁਣਾਂਗੇ, ਪਰ ਇੱਕ ਸਵਾਲ ਇਸ ਤੋਂ ਮੇਰੇ ਮਨ 'ਚ ਆ ਰਿਹਾ ਜੀ ਕਿ ਕਵਿਤਾ ਦਾ ਦਾਰਸ਼ਨਿਕਤਾ ਨਾਲ ਕਿੰਨਾ ਕੁ ਗਹਿਰਾ ਸੰਬੰਧ ਹੈ। ਜਾਣੀ ਕਿ ਕਵਿਤਾ ਜੋ ਵਾਪਰ ਰਿਹਾ ਉਸ ਦੀ ਪੇਸ਼ਕਾਰੀ ਹੀ ਹੁੰਦੀ ਹੈ, ਜਾਂ ਉਹ ਵਾਪਰ ਰਹੇ ਨੂੰ ਕਿਸੇ ਗਹਿਰੇ ਸਵਾਲਾਂ ਸੰਗ ਪਰੋਣਾ ਅਸਲ 'ਚ ਕਵਿਤਾ ਹੁੰਦੀ ਹੈ। ਕਵਿਤਾ ਦੇ ਵਿੱਚ ਦਾਰਸ਼ਨਿਕਤਾ ਦਾ ਦਖਲ ਤਾਂ ਬਹੁਤ ਸ਼ੁਰੂ ਤੋਂ ਵੱਡਾ ਮੰਨਿਆ ਗਿਆ। ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਕਿ ਤੁਸੀਂ ਸੰਵੇਦਨਸ਼ੀਲ ਹੋਵੋ, ਤੁਹਾਨੂੰ ਭਾਸ਼ਾ ਦੀ ਸਮਝ ਹੋਵੇ, ਤੁਸੀਂ ਕਵੀ ਬਣ ਸਕਦੇ ਹੋ। ਪਰ ਅਸਲ ਵਿੱਚ ਜਿਹੜਾ ਸਭ ਤੋਂ ਵੱਡਾ ਇਹਦੇ ਵਿੱਚ ਕਹਿ ਲਓ ਤੱਤ ਹੈ, ਉਹ ਹੈ ਕਿ ਤੁਹਾਡਾ ਇੱਕ ਵਿਸ਼ਵ ਦਰਸ਼ਨ ਹੋਣਾ ਚਾਹੀਦਾ, ਤੁਹਾਡਾ ਇੱਕ ਵਰਲਡ ਵਿਊ ਹੋਣਾ ਚਾਹੀਦਾ। ਉਹ ਤੁਹਾਨੂੰ ਕਵੀ ਬਣਨ ਵਿੱਚ ਮਦਦ ਵੀ ਕਰਦਾ ਹੈ, ਅਤੇ ਤੁਸੀਂ ਕਿਹੋ ਜਿਹੇ ਕਵੀ ਬਣ ਸਕਦੇ ਹੋ ਉਹ ਵੀ ਫਿਰ ਉਹ ਤੈਅ ਕਰਦਾ। ਮੇਰੇ ਨਜ਼ਦੀਕ ਹਮੇਸ਼ਾ ਹੀ ਜਿਹੜੀ ਕਵਿਤਾ ਦੇ ਅੰਦਰ ਦਰਸ਼ਨ ਹੈ, ਕਿਉਂਕਿ ਜ਼ਿੰਦਗੀ ਦੇ ਜਿਹੜੇ ਸਾਰੇ ਵੀ ਅਨੁਭਵਾਂ ਨੂੰ ਅਸੀਂ ਪੇਸ਼ ਕਰਦੇ ਹਾਂ, ਉਹ ਚਾਹੇ ਸਪਾਟ ਰੂਪ ਵਿੱਚ ਜਾਂ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆ ਰਹੇ ਹੋਣ, ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਤਹਿ ਦੇ ਅੰਦਰ ਸਾਡਾ ਇੱਕ ਦਰਸ਼ਨ ਵਿਹਾਰ ਸਾਰਾ ਉਹ ਪਿਆ ਹੁੰਦਾ। ਅਤੇ ਮੇਰੀ ਆਪਣੀ ਖਾਸ ਤੌਰ 'ਤੇ ਜਿਹੜੀ ਲਗਾਓ ਹੈ ਫਿਲਾਸਫੀ ਨਾਲ, ਦਰਸ਼ਨ ਨਾਲ, ਉਹ ਮੇਰੀ ਕਵਿਤਾ ਦੇ ਅੰਦਰ ਮੌਜੂਦ ਰਹਿੰਦਾ। ਜੇ ਮੈਂ ਇੱਕ ਅੱਧੀ ਕਵਿਤਾ ਉਸ ਤਰ੍ਹਾਂ ਦੀ ਪੜ੍ਹਾਂ ਵੀ ਤਾਂ ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਔਰ ਦਿਸ਼ਾ ਦਿੰਦੇ ਨੇ, ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਦਿਸ਼ਾ ਦਿੰਦੇ ਨੇ, ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਸਫ਼ਰ ਕਿੰਨਾ ਦਿਸ਼ਾਵਾਂ ਦੇ ਇਸ਼ਾਰੇ ਤੋਂ ਪਰਾਂ ਵੀ ਹੈ। ਔਰ ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਵੇਂ ਦੱਸਾਂ ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਔਰ ਇਹਦੇ ਵਿੱਚ ਇੱਕ ਸ਼ੇਰ ਸੀ ਕਿ ਥਲਾਂ ਦੀ ਰੇਤ ਵੀ ਉਸਦਾ ਉਛਾਲਾ ਲੋਚਦੀ ਰਹਿੰਦੀ, ਥਲਾਂ ਦੀ ਰੇਤ ਵੀ ਉਸਦਾ ਉਛਾਲਾ ਲੋਚਦੀ ਰਹਿੰਦੀ, ਨਦੀ ਦਾ ਦੇਸ ਤਾਂ ਉਸਦੇ ਕਿਨਾਰੇ ਤੋਂ ਪਰਾਂ ਵੀ ਹੈ। ਤੇ ਇਸ ਤਰ੍ਹਾਂ ਮਤਲਬ ਜਿਵੇਂ ਮੇਰੀ ਆਪਣੇ ਅਨੁਭਵ ਦੇ ਅੰਦਰ ਹੈ ਕਿ ਦਰਸ਼ਨ, ਫਿਲਾਸਫੀ, ਉਹ ਸਾਰਾ ਕੁਝ ਮੇਰੀ ਕਵਿਤਾ ਦੇ ਨਜ਼ਦੀਕ ਰਹਿੰਦਾ। ਔਰ ਹਰ ਇੱਕ ਅੱਛੇ ਸਾਹਿਤ, ਕਲਾ, ਲਿਟਰੇਚਰ ਦੇ ਅੰਦਰ ਉਹਨੂੰ ਮੌਜੂਦ ਰਹਿਣਾ ਚਾਹੀਦਾ, ਕਿਉਂਕਿ ਜਿਹੜਾ ਸਭ ਤੋਂ ਵੱਡਾ ਅਰਥ ਦਾ ਮਰਮ ਹੈ ਉਹ ਉਹਦੇ ਦਰਸ਼ਨ ਵਿੱਚ ਹੀ ਅਸਲ ਵਿੱਚ ਪਿਆ ਹੁੰਦਾ। ਕੀ ਕਵਿਤਾ ਤੋਂ ਬਿਨਾਂ ਕੀ ਪੜ੍ਹਨਾ ਚੰਗਾ ਲੱਗਦਾ? ਕੀ ਪੜ੍ਹਦੇ? ਕਵਿਤਾ ਤੋਂ ਬਿਨਾਂ ਮੈਨੂੰ ਕਾਫੀ ਸਾਰੀਆਂ ਚੀਜ਼ਾਂ, ਮੈਂ ਜੀਵਨੀਆਂ ਵੀ ਪੜ੍ਹਦਾ ਰਹਿਣਾ, ਮੈਂ ਸਪੋਰਟਸ ਦੀਆਂ ਚੀਜ਼ਾਂ ਵੀ ਪੜ੍ਹਦਾ ਰਹਿਣਾ, ਮੈਂ ਮਤਲਬ ਕੋਈ ਆਰਟ ਮੈਗਜ਼ੀਨ ਨੇ ਜਿਹੜੇ ਹੋਰ ਅੰਗਰੇਜ਼ੀ ਦੇ, ਹਿੰਦੀ ਦੇ, ਉਹ ਵੀ ਸਾਰੀ ਚੀਜ਼ਾਂ ਦੇਖ ਰਹਿਣਾ। ਮੇਰੀਆਂ ਦਿਲਚਸਪੀਆਂ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ, ਬਹੁਤ ਨਿਸ਼ਚਿਤ ਨਹੀਂ ਕਿਸੇ ਇੱਕ ਚੀਜ਼ ਉੱਤੇ। ਫਿਲਮਾਂ ਵੀ ਦੇਖ ਲੈਂਦੇ? ਫਿਲਮਾਂ ਵੀ ਮੈਂ ਦੇਖਦਾ, ਪਰ ਜਿਵੇਂ ਹੁਣ ਖਾਸ ਤੌਰ 'ਤੇ ਜਿਹੜੀਆਂ ਅੰਗਰੇਜ਼ੀ ਫਿਲਮਾਂ ਦਾ ਸੰਸਾਰ ਹੈ, ਉਹਦੇ ਵਿੱਚ ਮੇਰੀ ਦਿਲਚਸਪੀ ਬਹੁਤ ਹੈ। ਪਿੱਛੇ ਮੈਨੂੰ ਕੋਈ ਅਜੇ ਵਕਤ ਨਹੀਂ ਸੀ, ਹੁਣ ਮੈਂ ਸ਼ਾਇਦ ਉਹਨਾਂ 'ਤੇ ਹੋਰ ਜ਼ਿਆਦਾ ਕੰਮ ਕਰਨ ਦੀ, ਮਤਲਬ ਦੇਖਣ ਦੀ। ਕੋਈ ਚੇਤਿਆਂ 'ਚ ਫਿਲਮ ਆ ਰਹੀ ਹੈ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇ?
ਚੇਤਿਆਂ ਜਿਵੇਂ ਖਾਸ ਤੌਰ ਤੇ ਪਿੰਜਰ ਫਿਲਮ, ਮੈਂ ਜੇ ਕਹਾਂ ਜੇ ਆਪਾਂ ਲਿਟਰੇਚਰ ਦੇ ਬੈਕਗ੍ਰਾਉਂਡ ਵਿੱਚੋਂ ਆਏ ਹੋਏ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਤੇ ਜਿਹੜੀ ਇੱਕ ਫਿਲਮ ਬਣੀ ਸੀ ਪਿੰਜਰ, ਉਹ ਬਹੁਤ ਸ਼ਾਨਦਾਰ ਇੱਕ ਤਰੀਕੇ ਨਾਲ ਫਿਲਮ ਸੀ। ਔਰ ਜਿਹੜੀਆਂ ਮਤਲਬ ਐਂਟਰਟੇਨਿੰਗ ਫਿਲਮਾਂ ਵੀ ਬਹੁਤ ਵਾਰੀ ਅੱਛੀਆਂ ਲੱਗ ਜਾਂਦੀਆਂ ਹੈ ਨਾ। ਮੈਨੂੰ ਈਵਨ ਕੁਝ ਦੋਸਤ ਹੈਰਾਨ ਵੀ ਹੋਏ, ਮੈਂ ਉਹਨਾਂ ਨੂੰ ਰਿਕਮੈਂਡ ਕੀਤਾ ਕਿ ਤੁਸੀਂ ਸਲਮਾਨ ਖਾਨ ਦੀ ਸੁਲਤਾਨ ਫਿਲਮ ਵੀ ਦੇਖੋ, ਜਿਹਦੇ ਵਿੱਚ ਉਹ ਕਾਫੀ ਉਹਨੇ ਬਿਹਤਰ ਅਦਾਕਾਰੀ ਕੀਤੀ। ਮੈਂ ਇਸ ਲਿਹਾਜ਼ ਨਾਲ ਕਿ ਉਹਨੇ ਆਪਣਾ ਹੋਰ ਅੱਛਾ ਕੰਮ ਕੀਤਾ, ਹਾਲਾਂਕਿ ਉਹ ਇੱਕ ਐਂਟਰਟੇਨਿੰਗ ਫਿਲਮ ਸੀ। ਤਾਂ ਇਸ ਤਰ੍ਹਾਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪਾਪੂਲਰ ਫਿਲਮਾਂ ਉਹਨਾਂ 'ਚ ਵੀ ਕਈ ਵਾਰ ਅੱਛਾ ਚੰਗੀਆਂ ਬਹੁਤ ਉਹਨਾਂ ਦੇ ਵਿੱਚ ਬਹੁਤ ਅੱਛਾ। ਬਾਕੀ ਹੁਣ ਤਾਂ ਜਿਹੜਾ ਹਿੰਦੀ ਸਿਨੇਮਾ ਉਹ ਪਾਪੂਲਰ ਮੋਡ ਦੇ ਵਿੱਚ ਬਹੁਤ ਕੁਝ, ਰਾਜਕੁਮਾਰ ਹਨਾਨੀ ਵਰਗੇ ਬਹੁਤ ਅੱਛੇ ਆ ਗਏ। ਈਵਨ ਮੈਂ ਪਿੱਛੇ ਜਿਹੀ ਕੋਈ ਇੱਕ ਵੈਬ ਸੀਰੀਜ਼ ਦੇਖ ਰਿਹਾ ਸੀਗਾ, 5 ਐਪੀਸੋਡ ਦੀ ਸੀਗੀ। ਉਹਦੇ ਅੰਦਰ ਪੂਜਾ ਭੱਟ ਨੇ ਇੱਕ ਬਹੁਤ ਹੀ ਸ਼ਾਨਦਾਰ ਐਕਟਰ, ਜਿਹੜੀ ਮੈਂ ਸ਼ਾਇਦ ਉਹਦੇ ਆਪਣੇ ਕਰੀਅਰ ਦੇ ਅੰਦਰ ਉਸ ਤਰ੍ਹਾਂ ਦਾ ਉਹਦਾ ਅਦਾਕਾਰੀ ਨਹੀਂ ਦੇਖੀ। ਉਹਦੇ ਅੰਦਰ ਉਹਨੇ ਬੰਬੇ ਬੇਗਮਸ ਆਈ ਥਿੰਕ ਉਹ ਸੀਗਾ ਸੀਰੀਜ਼, ਉਹਦੇ ਵਿੱਚ ਉਹਨੇ ਕੰਮ ਕੀਤਾ। ਇੱਕ ਗੁਰਤੇਜ, ਤੁਸੀਂ ਕਿਉਂਕਿ ਕਵੀ ਹੋ ਤੇ ਆਪਦੇ ਆਲੇ ਦੁਆਲੇ ਜੋ ਵਾਪਰ ਰਿਹਾ ਉਹਨੂੰ ਦੇਖਦੇ ਰਹਿੰਦੇ ਹੋ ਤੇ ਬਹੁਤ ਤੀਬਰ ਤਿੱਖੀ ਨਜ਼ਰ ਨਾਲ ਦੇਖਦੇ ਹੋ। ਇੱਕ ਪੰਜਾਬ ਦੇ ਵਿੱਚ ਹੁਣ ਵਰਤਾਰਾ ਵਾਪਰ ਰਿਹਾ, ਨੌਜਵਾਨ ਮੁੰਡੇ ਕੁੜੀਆਂ ਬਾਹਰ ਪੜ੍ਹਨ ਲਈ ਜਾ ਰਹੇ ਨੇ, ਜਾਂ ਕਹੋਗੇ ਬਾਹਰ ਵਸਣ ਜਾ ਰਹੇ ਨੇ ਪੜ੍ਹਨ ਦੇ ਬਹਾਨੇ। ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਪਿੱਛੇ ਇੱਕ ਮੈਂ ਹੋਰ ਗੱਲ ਕਰਦਾ, ਕੱਲ ਥੋੜੇ ਦਿਨ ਪਹਿਲਾਂ ਤੁਸੀਂ ਵੀ ਉੱਥੇ ਸੀ, ਫੈਕਟੋ ਦੀ ਰੈਲੀ ਸੀ ਚੰਡੀਗੜ੍ਹ, ਉੱਥੇ ਪ੍ਰੋਫੈਸਰ ਲਖਵਿੰਦਰ ਆਏ ਹੋਏ ਸੀ GND। ਉਹਨਾਂ ਨੇ ਕਿਹਾ ਕਿ 47 ਤੋਂ ਬਾਅਦ ਇਹ ਪੰਜਾਬ ਦਾ ਦੂਜਾ ਉਜਾੜਾ, ਕਿ ਇਸ ਤਰ੍ਹਾਂ ਪੰਜਾਬ ਦੇ ਮੁੰਡੇ ਕੁੜੀਆਂ ਦਾ ਬਾਹਰ ਚਲੇ ਜਾਣਾ। ਤੁਸੀਂ ਇਸ ਵਰਤਾਰੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅਸਲ ਵਿੱਚ ਜਿਹੜਾ ਪ੍ਰਵਾਸ ਹੈ ਤਾਂ ਇੱਕ ਤਰ੍ਹਾਂ ਦਾ ਸਦੀਆਂ ਪੁਰਾਣਾ ਵਰਤਾਰਾ ਹੈ, ਪਰ ਉਹਦੀ ਮਾਤਰਾ ਕਿੰਨੀ ਹੁੰਦੀ ਹੈ ਇਹਦੇ ਲਿਹਾਜ਼ ਨਾਲ ਅਸੀਂ ਉਹਦਾ ਨੋਟਿਸ ਲੈਂਦੇ ਹਾਂ, ਉਹਨੂੰ ਦੇਖਦੇ ਹਾਂ ਕਿ ਇਹ ਕੋਈ ਵਾਕਈ ਵੱਡੀ ਚੀਜ਼ ਹੋ ਰਹੀ ਜਾਂ ਸਧਾਰਨ ਚੀਜ਼ ਹੋ ਰਹੀ ਹੈ। ਜਿਹੜਾ ਪਹਿਲਾਂ ਪ੍ਰਵਾਸ ਮੇਰੇ ਲਿਹਾਜ਼ ਨਾਲ ਹੁੰਦਾ ਸੀ, ਉਹ ਬਹੁਤ ਸਿਲੈਕਟਿਵ ਕਿਸਮ ਦਾ, ਥੋੜ੍ਹੀ ਪੱਧਰ ਦਾ ਸੀ, ਕਿ ਕੋਈ ਰੁਜ਼ਗਾਰ ਦੇ ਲਿਹਾਜ਼ ਨਾਲ ਬੰਦਾ ਬਾਹਰ ਚਲਾ ਗਿਆ ਇਸ ਤਰ੍ਹਾਂ। ਪਰ ਜਿਹੜਾ ਹੁਣ ਤੁਸੀਂ ਪ੍ਰਵਾਸ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜਾਂ ਚਿੰਤਾ ਨਾਲ ਜਿਹਦੀ ਆਪਾਂ ਗੱਲ ਕਰਦੇ ਹਾਂ, ਇਹ ਅਸਲ ਵਿੱਚ ਜਿਹੜਾ ਪ੍ਰਵਾਸ ਹੈ ਇਹ ਮੈਨੂੰ ਇੱਕ ਤਰ੍ਹਾਂ ਦਾ ਪਲਾਇਨ ਵਰਗਾ ਪ੍ਰਵਾਸ ਲੱਗ ਰਿਹਾ, ਕਿ ਅਸੀਂ ਕਿਸੇ ਚੀਜ਼ ਨੂੰ ਨਿਸ਼ਚਿਤ ਤੌਰ ਤੇ ਹਾਸਲ ਕਰਨ ਲਈ ਨਹੀਂ ਜਾ ਰਹੇ, ਅਸੀਂ ਇਸ ਧਰਤੀ ਤੋਂ ਦੌੜ ਕੇ ਇੱਕ ਵਾਰੀ ਨਿਕਲਣਾ ਚਾਹੁੰਦੇ ਕਿ ਇਸ ਧੰਦੂਕਾਰੇ ਚੋਂ ਦੌੜੀਏ, ਅੱਗੋਂ ਫਿਰ ਸਾਨੂੰ ਰੁਜ਼ਗਾਰ ਮਿਲਦਾ ਹੈ, ਕਿਤੇ ਆਵਾਸ ਮਿਲਦਾ ਹੈ, ਕੋਈ ਜਿਉਣ ਜੋਗੀ ਜਗ੍ਹਾ ਮਿਲਦੀ ਹੈ। ਇਹ ਉਦੋਂ ਬਾਅਦ ਦੇ ਮਸਲੇ ਹੈ। ਇਹ ਉਸ ਤਰ੍ਹਾਂ ਦਾ ਸੋਚਿਆ ਸਮਝਿਆ ਜਾਪਦਾ ਹੋਇਆ ਵੀ ਇੱਕ ਤਰ੍ਹਾਂ ਅੰਧਾਧੁੰਦ ਕਿਸਮ ਦਾ ਪ੍ਰਵਾਸ ਹੈ, ਜਿਹਨੂੰ ਅਸੀਂ ਇੱਕ ਤਰ੍ਹਾਂ ਇਹ ਧਰਤੀ ਤੋਂ ਭੱਜਣ ਵਾਲੀ ਗੱਲ ਦੇ ਤੌਰ ਤੇ ਦੇਖ ਸਕਦੇ ਹਾਂ। ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਤਰ੍ਹਾਂ ਦੂਜੇ ਉਜਾੜੇ ਵਰਗੀ ਚੀਜ਼ ਹੈ 47 ਤੋਂ ਬਾਅਦ। ਤਾਂ ਇਸ ਵੱਡੀ ਪੱਧਰ ਤੇ ਡਿਸਪਲੇਸਮੈਂਟ ਨਾਲ ਜਿਹੜੀ ਤੁਹਾਡੀ ਆਰਥਿਕਤਾ ਹੈ, ਤੁਹਾਡੇ ਸਮਾਜਿਕ ਰਿਸ਼ਤੇ ਹੈ, ਤੁਹਾਡਾ ਸਾਰੇ ਦਾ ਸਾਰਾ ਸੱਭਿਆਚਾਰਕ ਤਾਣਾ ਬਾਣਾ ਇੰਨਾ ਬੁਰੀ ਤਰ੍ਹਾਂ ਹਿੱਲ ਗਿਆ ਕਿ ਇਹਦੇ ਬਾਰੇ ਸਾਨੂੰ ਹੁਣ ਚਿੰਤਾ ਕਰਨੀ ਪਏਗੀ, ਜਾਂ ਸੋਚਣਾ ਪਏਗਾ, ਜਾਂ ਇਹਦੇ ਕੋਈ ਨਾ ਕੋਈ ਕਾਰਨ ਲੱਭ ਕੇ ਇਹਦੇ ਵਿੱਚ ਜਿੰਨੀ ਕੁ ਅਸੀਂ ਠੱਲ ਪਾ ਸਕਦੇ ਹਾਂ ਉਹ ਕੀਤੀ ਜਾਵੇ। ਕਿਉਂਕਿ ਹੁਣ ਜਿੱਥੇ ਸਾਡੇ ਬੱਚੇ ਬਾਹਰ ਜਾ ਰਹੇ ਆ, ਉੱਥੇ ਬਹੁਤ ਸਾਰੀ ਸਾਡੀ ਇਕੋਨਮੀ ਨੂੰ ਵੀ ਢਾਹ ਲੱਗ ਰਹੀ ਹੈ। ਇੱਕ ਸਾਰੇ ਦਾ ਸਾਰਾ ਪੂਰਾ ਦਾ ਪੂਰਾ ਡਿਜ਼ਾਈਨ ਹੈ, ਜਿਹੜੇ ਸਾਰੇ ਲੋਕ ਇਸ ਸਾਰੀ ਇੰਡਸਟਰੀ ਦੇ ਵਿੱਚ ਲੱਗੇ ਹੋਏ ਆ। ਪਰ ਜਿੱਥੇ ਜਾ ਕੇ ਉਹ ਵਸਣਾ ਚਾਹੁੰਦੇ ਆ, ਉੱਥੋਂ ਦੀ ਵੀ ਸਾਨੂੰ ਅਸੈਸਮੈਂਟ ਜ਼ਰੂਰ ਲੈਣੀ ਪਊਗੀ ਕਿ ਉੱਥੇ ਰੁਜ਼ਗਾਰ ਦੇ ਜਾਂ ਚੰਗੀ ਜ਼ਿੰਦਗੀ ਦੇ ਕਿੰਨੇ ਕੁ ਮੌਕੇ ਨੇ। ਕੀ ਅਸੀਂ ਇੱਥੋਂ ਵਾਲੀ ਕਾਹਲ ਤਤਪਰਤਾ ਜਾਂ ਜਿਹੜੀ ਸਾਡੀ ਜਿਸ ਕਿਸਮ ਦੀ ਵੀ ਅਲਪ ਸਮਝ ਹੈ, ਉਹ ਤਾਂ ਨਹੀਂ ਅਸੀਂ ਉੱਥੇ ਲਿਜਾ ਕੇ ਫੈਲਾ ਰਹੇ, ਜਿਹਦੇ ਬਹੁਤ ਸਾਰੇ ਸਿੱਟੇ ਆਸਟ੍ਰੇਲੀਆ ਜਾਂ ਕੈਨੇਡਾ 'ਚੋਂ ਸਾਡੇ ਸਾਹਮਣੇ ਆਉਣੇ ਸ਼ੁਰੂ ਵੀ ਹੋ ਗਏ ਨੇ। ਤਾਂ ਕੀ ਇਹ ਪ੍ਰਵਾਸ ਹੈ ਜਿਹੜਾ, ਇਹ ਸੱਚਮੁੱਚ ਸਾਨੂੰ ਇੱਕ ਤਰ੍ਹਾਂ ਦੀ ਉਹ ਜਗ੍ਹਾ ਦੇ ਸਕਦਾ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ? ਮੇਰੇ ਨਜ਼ਦੀਕ ਇਹ ਹੁੰਦਾ ਕਿ ਪ੍ਰਵਾਸ ਬੰਦਾ ਉਦੋਂ ਕਰਦਾ ਜਦੋਂ ਮਤਲਬ ਉਹਦੇ ਜਿੱਥੇ ਉਹ ਰਹਿ ਰਿਹਾ ਉਹ ਧਰਤੀ ਉਹਦਾ ਉੱਥੇ ਜੀ ਲੱਗਣਾ ਬੰਦ ਕਰ ਦਿੰਦਾ, ਜੀ ਲੱਗਣੋਂ ਹਟ ਜਾਂਦਾ। ਉਹਦੇ ਕਈ ਕਾਰਨ ਹੈ, ਆਰਥਿਕ ਕਾਰਨ ਹੋ ਸਕਦੇ ਹੈ, ਉਹਦੇ ਸੱਭਿਆਚਾਰਕ ਕਾਰਨ ਹੋ ਸਕਦੇ ਹੈ, ਰਾਜਨੀਤਿਕ ਕਾਰਨ ਹੋ ਸਕਦੇ ਹੈ। ਪਰ ਕੀ ਅਸੀਂ ਜਿਸ ਜਗ੍ਹਾ ਤੇ ਜਾ ਰਹੇ ਹਾਂ ਉਹ ਧਰਤੀ ਐਸੀ ਧਰਤੀ ਹੋ ਜਾਏਗੀ ਕਿ ਜਿੱਥੇ ਸਾਡੇ ਮਨ ਨੂੰ ਕੁਝ ਟਿਕਾ ਆ ਜਾਏ? ਇਹ ਵੀ ਸਵਾਲ ਸਾਡੇ ਉਸ ਪ੍ਰਵਾਸ ਦੇ ਸਨਮੁਖ ਹੋਣੇ ਚਾਹੀਦੇ ਆ, ਜਿਹਨੂੰ ਸ਼ਾਇਦ ਅਸੀਂ ਹੁਣ ਅੱਖੋਂ ਓਹਲੇ ਕਰਕੇ ਇੱਕ ਦੌੜ ਦੇ ਵਿੱਚ ਪਏ ਹੋਏ ਹਾਂ। ਇੱਕ ਜਿਹੜੀ ਇਹ ਗੱਲ ਫਲਾਈ ਜਾ ਰਹੀ ਹੈ, ਮਤਲਬ ਕਿ ਹੁਣ ਪੰਜਾਬ ਜਿਉਣ ਜੋਗਾ ਨਹੀਂ ਰਿਹਾ, ਇੱਥੇ ਦਾ ਸਿਸਟਮ ਠੀਕ ਨਹੀਂ, ਲੀਡਰ ਠੀਕ ਨਹੀਂ, ਭ੍ਰਿਸ਼ਟਾਚਾਰ ਆ, ਮਤਲਬ ਬਿਨਾਂ ਕੁਝ
ਸੋਚੇ ਸਮਝੇ ਇਹ ਗੱਲ ਇੰਨੀ ਵੱਡੀ ਪੱਧਰ ਤੇ ਹੁਣ ਲੋਕਾਂ 'ਚ ਫੈਲ ਗਈ ਆ ਕਿ ਲੋਕਾਂ ਨੇ ਸੋਚਣਾ ਹੀ ਬੰਦ ਕਰਤਾ ਕਿ ਧਰਤੀ ਛੱਡਣ ਨਾਲ ਨੁਕਸਾਨ ਕੀ ਹੁੰਦੇ ਆ ਤੇ ਆਪਣੀ ਧਰਤੀ ਤੇ ਜਿਉਣ ਦੇ ਫਾਇਦੇ ਕੀ ਹੁੰਦੇ। ਮੇਰਾ ਪਹਿਲਾ ਸਵਾਲ ਇਹ ਹੈ ਕਿ ਕੀ ਸੱਚਮੁੱਚ ਪੰਜਾਬ ਇਸ ਤਰ੍ਹਾਂ ਦਾ ਹੋ ਗਿਆ? ਦੂਸਰਾ ਸਵਾਲ ਕਿ ਆਪਣੀ ਧਰਤੀ ਤੇ ਜਿਉਣ ਦਾ ਮਤਲਬ ਕੀ ਹੁੰਦਾ? ਬਗਾਨੀਆਂ ਧਰਤੀਆਂ ਤੇ ਜਦੋਂ ਤੁਸੀਂ ਜਾਂਦੇ ਹੋ ਕਿੰਨਾ ਕੁਝ ਤੁਸੀਂ ਇੱਕ ਸੱਟੇ ਹੀ ਗਵਾ ਦਿੰਦੇ ਹੋ ਆਪਣੀ ਧਰਤੀ ਛੱਡਣ ਨਾਲ। ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਤੁਹਾਡੀ ਆਪਣੀ ਧਰਤੀ ਦਾ ਇੱਕ ਅਰਥ ਬਣਦਾ ਹੁੰਦਾ ਕਿ ਉਹ ਧਰਤੀ ਤੁਹਾਡਾ ਹਰ ਲਿਹਾਜ਼ ਨਾਲ ਉੱਥੇ, ਮੈਂ ਜਿਵੇਂ ਪਹਿਲਾਂ ਵੀ ਲਫ਼ਜ਼ ਵਰਤਿਆ ਕਿ ਤੁਹਾਡਾ ਜੀ ਲਵਾਈ ਰੱਖਦੀ ਹੈ। ਤੁਹਾਡੇ ਲਈ ਰੁਜ਼ਗਾਰ, ਰੋਟੀ, ਤੁਹਾਡੇ ਲਈ ਸਨਮਾਨ, ਤੁਹਾਡੇ ਲਈ ਬੰਦਾ ਹੋਣ ਦਾ ਗੌਰਵ ਉਹ ਤੁਹਾਨੂੰ ਧਰਤੀ ਦਿੰਦੀ ਹੈ। ਤਾਂ ਉਹ ਫਿਰ ਧਰਤੀ ਤੁਹਾਡਾ ਦੇਸ਼ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਆਪਣੇ ਦੇਸ਼ ਵਿੱਚ ਰਹਿੰਦਿਆਂ ਹੋਇਆ ਇਹ ਸਵਾਲ ਮੇਰੇ ਮਨ ਅੱਗੇ ਵੀ ਹੈ ਕਿ ਜਿਸ ਕਿਸਮ ਦਾ ਰਾਜਨੀਤਿਕ ਮਾਹੌਲ ਬਣਿਆ ਹੋਇਆ, ਕੀ ਇਹ ਧਰਤੀ ਮੇਰਾ ਜੀ ਲਵਾਈ ਰੱਖੂਗੀ? ਹਾਲਾਂਕਿ ਮੈਂ ਪ੍ਰਵਾਸ ਕਰਨ ਬਾਰੇ ਕੋਈ ਸੋਚਿਆ ਨਹੀਂ ਹੋਇਆ, ਪਰ ਫਿਰ ਵੀ ਇੱਕ ਸਵਾਲ ਇਸ ਧਰਤੀ ਤੇ ਰਹਿੰਦਿਆਂ ਹੋਇਆਂ ਹੀ ਮੇਰੇ ਸਨਮੁਖ ਆਉਂਦਾ ਹੈ। ਜਿਵੇਂ ਗੁਰਬਾਣੀ ਵਿੱਚ ਜ਼ਿਕਰ ਹੈ ਕਿ ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰ ਆਇਆ। ਤੇ ਜੇ ਤੁਹਾਡਾ ਮਨ ਹੀ ਉਦਾਸ ਹੈ ਤਾਂ ਫਿਰ ਤੁਸੀਂ ਜਿੱਥੇ ਵੀ ਰਹਿ ਰਹੇ ਹੋ ਉਹ ਫਿਰ ਦੇਸ਼ ਵੀ ਤੁਹਾਡੇ ਲਈ ਇੱਕ ਓਪਰਾ ਜਿਹੜਾ ਦੇਸ਼ ਬਣ ਜਾਂਦਾ। ਇਹ ਪਰ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਕਿ ਕੀ ਪੰਜਾਬ ਤੋਂ ਅਸੀਂ ਬਿਲਕੁਲ ਹੀ ਨਿਰਾਸ਼ ਹੋ ਗਏ ਹਾਂ ਕਿ ਇਹ ਧਰਤੀ ਹੁਣ ਸਾਡੀ ਧਰਤੀ ਨਹੀਂ ਰਹੀ, ਇਹ ਉਹ ਧਰਤੀ ਨਹੀਂ ਰਹੀ ਜਿਹਦੀ ਵਿਰਾਸਤ ਤੇ ਅਸੀਂ ਮਾਣ ਕਰਦੇ ਸੀ। ਮੈਂ ਇਹਨੂੰ ਥੋੜ੍ਹਾ ਅਲੱਗ ਤਰੀਕੇ ਨਾਲ ਸੋਚਦਾ ਔਰ ਖ਼ਾਸ ਤੌਰ ਤੇ ਜਿਹੜਾ ਕਿਸਾਨ ਅੰਦੋਲਨ ਹੈ ਇਹਨੇ ਇੱਕ ਬਹੁਤ ਵੱਡਾ ਠੋਮਣਾ ਦਿੱਤਾ ਔਰ ਇੱਕ ਬਹੁਤ ਨਵਾਂ ਦ੍ਰਿਸ਼ਟੀਕੋਣ ਸਾਨੂੰ ਦਿੱਤਾ ਜਿਉਣ ਦਾ ਕਿ ਅਸੀਂ ਸਮੂਹਿਕ ਤੌਰ ਤੇ ਬਹੁਤ ਸਾਰੀਆਂ ਦੁਸ਼ਵਾਰੀਆਂ ਨੂੰ ਉਹਨਾਂ ਦੇ ਨਾਲ ਲੜ ਸਕਦੇ ਹੁੰਦੇ ਮਿਲ ਕੇ। ਜੇ ਉਹਦਾ ਹੱਲ ਨਾ ਵੀ ਕਰ ਸਕੀਏ ਤਾਂ ਸਾਨੂੰ ਲੜਨ ਦਾ ਉਹਦੇ ਨਾਲ ਬਲ ਮਿਲਦਾ ਹੈ। ਪੰਜਾਬ ਦੇ ਅੰਦਰ ਬਹੁਤ ਸਾਰੇ ਐਸੇ ਮਤਲਬ ਕਹਿ ਲਓ ਘਟਨਾਵਾਂ, ਇੰਸੀਡੈਂਟ ਜਾਂ ਉਸ ਵੱਡੇ ਵਰਤਾਰੇ ਦਾ ਹਿੱਸਾ ਚੀਜ਼ਾਂ ਬਣ ਕੇ ਸਾਹਮਣੇ ਆਈਆਂ ਕਿ ਬਹੁਤ ਸਾਰੀ ਉਹਦੇ ਅੰਦਰੋਂ ਆਸ ਵੀ ਨਜ਼ਰ ਆਉਂਦੀ ਹੈ। ਹਾਲਾਂਕਿ ਜਿਨ੍ਹਾਂ ਚੀਜ਼ਾਂ ਉੱਤੇ ਸਵਾਲ ਅਸੀਂ ਖੜੇ ਕਰਦੇ ਹਾਂ ਕਿ ਰਾਜਨੀਤਿਕ ਪ੍ਰਬੰਧ ਇਸ ਤਰ੍ਹਾਂ ਦਾ ਹੋ ਗਿਆ, ਉਹਨਾਂ ਦੇ ਖਾਸੇ ਹੀ ਇਸ ਤਰ੍ਹਾਂ ਦੇ ਨੇ, ਉਹਨਾਂ ਨੇ ਤਾਂ ਇਸ ਤਰ੍ਹਾਂ ਹੀ ਰਹਿਣਾ। ਪਰ ਜਿਹੜਾ ਇੱਕ ਆਮ ਜਨ ਸਧਾਰਨ ਬੰਦਾ ਜਾਂ ਜਿਹੜਾ ਇੱਕ ਸਾਡਾ ਸਾਦਾ ਸਮਾਜ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਚਿੰਤਤ ਹੈ, ਉਹ ਕਿਤੇ ਨਾ ਕਿਤੇ ਸੰਗਠਿਤ ਵੀ ਹੋਇਆ ਔਰ ਇਹ ਇੱਕ ਬਹੁਤ ਦੇਰ ਬਾਅਦ ਪੈਦਾ ਹੋਇਆ ਸਾਈਨ ਹੈ ਪੰਜਾਬ ਦੀ ਇਸ ਆਪੋ ਧਾਪੀ ਦੇ ਅੰਦਰ। ਇਹ ਮੈਨੂੰ ਇੱਕ ਜਗਦੇ ਦੀਵੇ ਵਰਗੀ ਚੀਜ਼ ਲੱਗਦੀ ਹੈ। ਤੁਸੀਂ ਬਿਲਕੁਲ ਠੀਕ ਹੈ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਜਿਉਣ ਜੋਗਾ ਕਰਤਾ ਜੀ। ਪਰ ਜੇ ਦੂਜੀ ਗੱਲ ਸੁਣਦੇ ਹੋਏ ਮੇਰੇ ਮਨ 'ਚ ਕਿ ਤੁਹਾਡੇ ਮਨ 'ਚ ਵੀ ਇਹ ਖਿਆਲ ਆਉਂਦਾ ਕਿ ਕਿਤੇ ਮੇਰਾ ਪੰਜਾਬ ਜਿਹੜਾ ਜੀ ਲਵਾਈ ਰੱਖੂਗਾ। ਮੇਰੇ ਮਨ 'ਚ ਇਹ ਆਉਂਦਾ ਸੀ ਕਿ ਜਿਸ ਤਰ੍ਹਾਂ ਕਿਸੇ ਦਾ ਨੌਜਵਾਨ ਪੁੱਤ ਕਿਤੇ ਨਸ਼ਿਆਂ ਦੇ ਵਿੱਚ ਲੱਗ ਜਾਵੇ ਜਾਂ ਬੁਰੀ ਸੰਗਤ ਦੇ ਵਿੱਚ ਪੈ ਜਾਵੇ, ਉਹ ਮਤਲਬ ਹਰ ਪਲ ਉਹਦੀ ਆਸ ਜਗੀ ਰਹਿੰਦੀ ਕਿ ਮੈਂ ਇਹਨੂੰ ਕੱਢ ਲੂੰਗਾ। ਉਹ ਲੜਾਈ ਲੜਦਾ ਆਪਣੇ ਬੱਚੇ ਲਈ, ਉਸ ਨੂੰ ਉਸ ਜਗ੍ਹਾ ਤੋਂ ਬਾਹਰ ਲੈ ਕੇ ਆਉਣ ਲਈ। ਜਿਹੜੀ ਜਿਸ ਤਰ੍ਹਾਂ ਦੀ ਪ੍ਰਤੀਬੱਧਤਾ, ਜਿਸ ਤਰ੍ਹਾਂ ਦੀ ਆਸ ਉਮੀਦ ਉਹਦੇ ਮਨ 'ਚ ਆਪਣੇ ਬੱਚੇ ਲਈ ਹੁੰਦੀ ਹੈ, ਮੇਰੇ ਖਿਆਲ ਸਾਡੇ ਮਨ 'ਚ ਵੀ ਪੰਜਾਬ ਲਈ ਉਸ ਤਰ੍ਹਾਂ ਦੀ ਉਹ ਹੋਣੀ ਹੈ। ਬਿਲਕੁਲ ਵੀ ਸਾਡਾ ਮਨ ਕਦੇ ਉਦਾਸ ਨਾ ਹੋਵੇ, ਚਾਹੇ ਕਿੰਨਾ ਵੀ ਬੁਰਾ ਇੱਥੇ ਕੁਝ ਨਾ ਵਾਪਰ ਰਿਹਾ ਹੋਵੇ। ਕਿਉਂਕਿ ਅਲਟੀਮੇਟਲੀ ਤਾਂ ਸਾਡੀਆਂ ਵਿਚਾਰ ਹੀ ਹੁੰਦੇ ਨਾ ਜਿਹੜੇ ਸਾਨੂੰ ਪ੍ਰਭਾਵਿਤ ਕਰ ਦਿੰਦੇ ਆ, ਬਦਲ ਦਿੰਦੇ ਆ ਕਿ ਹੁਣ ਪੰਜਾਬ ਜਿਉਣ ਜੋਗਾ ਨਹੀਂ। ਕਦੇ ਵੀ ਮੇਰਾ ਖਿਆਲ ਇਸ ਤਰ੍ਹਾਂ ਦਾ ਮੌਕਾ ਨਹੀਂ ਆਉਂਦਾ ਕਿ ਤੁਹਾਡੀ ਧਰਤੀ ਤੁਹਾਡੇ ਲਈ ਜਿਉਣ ਜੋਗੀ ਨਾ ਰਹੀ ਹੋਵੇ। ਬਿਲਕੁਲ ਬਿਲਕੁਲ। ਸਿਰਫ ਸਾਨੂੰ ਇਹ ਹੈ ਕਿ ਜਿਹੜੇ ਸਾਡੇ ਉਮੀਦ ਦੇ ਸੋਮੇ ਹੁੰਦੇ, ਜਿੱਥੇ ਸਾਡੇ ਆਸਾਂ ਦੀ ਇੱਕ ਗਠੜੀ ਪਈ ਹੁੰਦੀ ਹੈ, ਸਾਨੂੰ ਉਹਦੇ ਤੱਕ ਜਾਣਾ ਜ਼ਰੂਰੀ ਹੈ। ਉਹਦੇ ਵਿੱਚ ਕਵਿਤਾ ਵੀ ਹੈ, ਉਹਦੇ ਵਿੱਚ ਸਿਆਣਪ ਵੀ ਹੈ, ਉਹਦੇ ਵਿੱਚ ਗਿਆਨ ਦੇ ਸੋਮੇ ਵੀ ਨੇ, ਉਹਦੇ ਵਿੱਚ ਕਿਤਾਬ ਵੀ ਹੈ, ਉਹਦੇ ਵਿੱਚ ਸੰਵਾਦ ਵੀ ਹੈ। ਜਿਹੜੀਆਂ ਚੀਜ਼ਾਂ ਤੋਂ ਟੁੱਟ ਕੇ ਅਸੀਂ ਇਸ ਕਿਸਮ ਦੇ ਮਨੋਅਵਸਥਾ 'ਚ ਪਹੁੰਚ ਗਏ ਹਾਂ ਕਿ ਸਭ ਕੁਝ ਚੀਜ਼ਾਂ ਸਾਨੂੰ ਓਪਰੀਆਂ ਲੱਗਣ ਲੱਗ ਪਈਆਂ, ਅਸੀਂ ਵਾਪਸ ਜਦੋਂ ਉਹਨਾਂ ਚੀਜ਼ਾਂ ਕੋਲ ਜਾਵਾਂਗੇ ਤਾਂ ਜ਼ਰੂਰ ਸਾਨੂੰ ਉਹ ਪੁਰਾਣੇ ਬੰਦੇ, ਪੁਰਾਣਾ ਸਮਾਜ, ਪੁਰਾਣੀ ਸੱਭਿਅਤਾ, ਪੁਰਾਣਾ ਵਿਰਸਾ ਸਾਨੂੰ ਮਿਲ ਜਾਊਗਾ, ਜਿਹਨੂੰ ਕਿ ਹੁਣ ਅਸੀਂ ਸਿਰਫ ਸਾਇੰਸ ਦੇ ਤੌਰ 'ਤੇ ਹੀ ਗ੍ਰਹਿਣ ਕਰ ਰਹੇ ਹਾਂ ਜਾਂ ਅੰਗੀਕਾਰ ਕਰ ਰਹੇ ਹਾਂ। ਤਾਂ ਸਮੁੱਚੇ ਤੌਰ 'ਤੇ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਾਂ ਇਤਿਹਾਸ, ਉਹ ਬਹੁਤਾ ਦੂਰ ਨਹੀਂ ਗਿਆ ਹੁੰਦਾ। ਇਤਿਹਾਸ ਤੁਹਾਡੇ ਕੋਲ ਹੀ ਹੁੰਦਾ, ਸਿਰਫ ਤੁਸੀਂ ਉਹਨੂੰ ਰੀਵਿਜ਼ਿਟ ਕਰਨਾ ਹੁੰਦਾ। ਤੁਸੀਂ ਕਿੰਨਾ ਆਪਣੇ ਆਪ ਤੋਂ ਦੂਰ ਚਲੇ ਜਾਂਦੇ ਹੋ, ਇਹ ਤੁਹਾਡੀ ਮਤਲਬ ਉਸ ਸਮੇਂ ਦੀ ਖੋਣੀ ਹੁੰਦੀ ਹੈ। ਅਤੇ ਜੇ ਅਸੀਂ ਪੂਰੀ ਉਸ ਤਨਦੇਹੀ ਨਾਲ ਆਪਣੀ ਧਰਤੀ ਨੂੰ ਪਿਆਰ ਕਰਦੇ ਹੋਏ, ਆਪਣੇ ਲੋਕਾਂ ਨੂੰ ਪਿਆਰ ਕਰਦੇ ਹੋਏ, ਆਪਣੀ ਉਸ ਸਾਰੀ ਵਿਰਾਸਤ ਨੂੰ ਦੁਬਾਰਾ ਤੋਂ ਹਾਸਲ ਕਰਨ ਲਈ ਕੋਸ਼ਿਸ਼ ਕਰੀਏ ਤਾਂ ਕੋਈ ਕਾਰਨ ਨਹੀਂ ਹੈ ਕਿ ਅਸੀਂ ਆਪਣੇ ਰਾਹ ਸਾਫ਼ ਨਾ ਕਰ ਸਕੀਏ। ਅਤੇ ਫਿਰ ਇਸ ਧਰਤੀ ਨੂੰ
ਜਿਉਣ ਜੋਗੀ ਗੌਰਵਸ਼ਾਲੀ ਨਾ ਬਣਾ ਸਕੀਏ। ਜਾਪਾਨ ਦੇ ਲੋਕਾਂ ਦੀ ਤੁਸੀਂ ਉਦਾਹਰਨ ਲਓ, ਉੱਥੇ ਕਿੰਨੀਆਂ ਸਾੜ ਸੱਤੀਆਂ, ਕਿੰਨੇ ਕਸ਼ਟ ਆਉਂਦੇ ਆ। ਉਹ ਲੋਕ ਕਦੇ ਤੁਹਾਨੂੰ ਰੋਂਦੇ ਉਦਾਸ ਨਜ਼ਰ ਨਹੀਂ ਆਉਣਗੇ। ਉਹ ਦੁਬਾਰਾ ਤੋਂ ਮਲਬੇ 'ਚੋਂ ਫੇਰ ਆਪਣੇ ਆਪ ਨੂੰ ਖੜਾ ਕਰਦੇ। ਤਾਂ ਇਉਂ ਮਨੁੱਖ ਹੋਣ ਦੀ ਤਾਂ ਹੋਣੀ ਇਹ ਹੈ ਕਿ ਉਹਨੇ ਦੁਬਾਰਾ ਤੋਂ ਉਸ ਮਲਬੇ 'ਚੋਂ ਹੀ ਆਪਣੀ ਢਹਿ ਢੇਰੀ ਹੋਈ ਚੀਜ਼ਾਂ ਦੇ ਵਿੱਚੋਂ ਦੁਬਾਰਾ ਖੜਾ ਹੋਣਾ ਹੁੰਦਾ ਕਿ ਭੁੰਗਾਰਾ ਬੀਜ ਦੇ ਅੰਦਰ ਪਿਆ ਹੁੰਦਾ ਹੈ ਹਰ ਵੇਲੇ, ਕਿਸੇ ਮੌਸਮ 'ਚ ਮਿੱਟੀ ਉਸ ਨੂੰ ਪਹਿਚਾਣ ਲੈਂਦੀ ਹੈ। ਤਾਂ ਫੁੱਟਣ ਦਾ ਜਿਹੜਾ ਬੀਜ ਉਹ ਹਮੇਸ਼ਾ ਬੰਦੇ ਦੇ ਅੰਦਰ, ਕੌਮ ਦੇ ਅੰਦਰ, ਸਮਾਜ ਦੇ ਅੰਦਰ, ਧਰਤੀ ਦੇ ਅੰਦਰ ਪਿਆ ਹੁੰਦਾ। ਜ਼ਰੂਰ ਉਹਨੂੰ ਜਦੋਂ ਥੋੜ੍ਹੀ ਵੱਤਰ ਮਿਲਦੀ ਹੈ, ਨਮੀ ਮਿਲਦੀ ਹੈ, ਤਾਂ ਉਹ ਦੁਬਾਰਾ ਤੋਂ ਫਿਰ ਬੂਟਾ ਫੁੱਟ ਸਕਦਾ ਹੁੰਦਾ। ਇਹ ਸੰਭਾਵਨਾ ਜ਼ਿੰਦਗੀ ਦੀ ਸੰਭਾਵਨਾ ਦਾ ਵੀ ਮੂਲ ਮੰਤਰ ਹੀ ਇੱਕ ਤਰੀਕੇ ਨਾਲ ਹੈ। ਮੇਰਾ ਖਿਆਲ ਜਿਹੜੇ ਤੁਸੀਂ ਹੁਣ ਗੱਲਾਂ ਕੀਤੀਆਂ ਨੇ ਉਹ ਬਿਲਕੁਲ ਪੰਜਾਬ ਦੇ ਜਿਸ ਤਰ੍ਹਾਂ ਸਮਕਾਲੀ ਹਾਲਾਤ ਨੇ ਉਹਦੇ ਵਿੱਚ ਬਹੁਤ ਮਾਨੇਖੇਜ਼ ਭੂਮਿਕਾ ਅਦਾ ਕਰਨ ਵਾਲੀ ਨੇ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਸਾਡੇ ਸਰੋਤ ਨੇ ਤਾਕਤ ਦੇ, ਉਮੀਦ ਦੇ, ਚਾਹੇ ਉਹ ਸਾਹਿਤਕਾਰੀ 'ਚ ਹੋਣ, ਚਾਹੇ ਹੋਰ ਜਗਾਵਾਂ ਤੇ ਪੈ, ਜੇ ਤੁਸੀਂ ਉਹਨਾਂ ਨੂੰ ਜਗਾ ਲਓਗੇ, ਉਹਨਾਂ ਨੂੰ ਮੁੜ ਕੇ ਆਪਣੀ ਯਾਦਾਂ ਦੇ ਵਿੱਚ ਤਾਜ਼ਾ ਕਰ ਲਓਗੇ, ਮੇਰਾ ਖਿਆਲ ਕੋਈ ਸਮੱਸਿਆ ਨਹੀਂ ਹੈਗੀ ਕਿ ਤੁਸੀਂ ਸਮੇਂ ਨੂੰ ਟੱਕਰ ਨਾ ਦੇ ਸਕੋ। ਅਸੀਂ ਲਗਭਗ ਹੁਣ ਇਸ ਮੁਲਾਕਾਤ ਦਾ ਅੰਤ ਕਰਾਂਗੇ, ਪਰ ਵਿਦਾ ਲੈਣ ਤੋਂ ਪਹਿਲਾਂ ਗੁਰਤੇਜ ਜੀ ਹੋਰਾਂ ਤੋਂ ਇਹਨਾਂ ਦੀ ਇੱਕ ਕਵਿਤਾ ਜ਼ਰੂਰ ਸੁਣਾਂਗੇ, ਜਿਹੜੀ ਮੈਨੂੰ ਵਿਸ਼ੇਸ਼ ਤੌਰ ਤੇ ਚੰਗੀ ਲੱਗਦੀ ਹੈ। ਸਫ਼ਰਨਾਮੇ ਤਰ੍ਹਾਂ ਆਪਣਾ ਬਹਾਰ। ਹਾਂ, ਇਹ ਬਿਲਕੁਲ ਆਪਣੀ ਜਿੱਥੇ ਗੱਲ ਹੁਣ ਪਹੁੰਚ ਗਈ ਸੀ, ਇਸ ਕਵਿਤਾ ਨੂੰ ਪੜ੍ਹਨ ਦਾ ਹੁਣ ਵਕਤ ਆ ਗਿਆ ਸੀ ਕਿ ਸਫ਼ਰਨਾਮੇ ਤਰ੍ਹਾਂ ਆਪਣਾ ਵਹਾਅ ਪੜ੍ਹਨਾ ਵੀ ਬਣਦਾ ਹੈ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾਅ ਪੜ੍ਹਨਾ ਵੀ ਬਣਦਾ ਹੈ। ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜਨਾ ਵੀ ਬਣਦਾ ਹੈ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾਅ ਪੜ੍ਹਨਾ ਵੀ ਬਣਦਾ ਹੈ। ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜਨਾ ਵੀ ਬਣਦਾ ਹੈ। ਔਰ ਗਵਾਈ ਜਾ ਰਹੇ ਹਾਂ ਉਮਰ ਮਿੱਟੀ ਗੁੰਦਿਆਂ ਆਪਣੀ, ਗਵਾਈ ਜਾ ਰਹੇ ਹਾਂ ਉਮਰ ਮਿੱਟੀ ਗੁੰਦਿਆਂ ਆਪਣੀ। ਜੇ ਕੁਝ ਬਣਨਾ ਕਿਸੇ ਦੇ ਚੱਕ ਤੇ ਚੜ੍ਹਨਾ ਵੀ ਬਣਦਾ ਹੈ। ਔਰ ਸਫ਼ੇ ਵੀ ਬੋਲਦੇ ਨੇ, ਸਿਰਫ ਅੱਖਰ ਹੀ ਨਹੀਂ ਕਹਿੰਦੇ। ਸਫ਼ੇ ਵੀ ਬੋਲਦੇ ਨੇ, ਸਿਰਫ ਅੱਖਰ ਹੀ ਨਹੀਂ ਕਹਿੰਦੇ। ਮੈਂ ਜਿਸ ਨੂੰ ਲਿਖ ਰਿਹਾ ਹਾਂ ਉਸ ਨੂੰ ਪੜ੍ਹਨਾ ਵੀ ਬਣਦਾ ਹੈ। ਔਰ ਇਹਦੇ ਵਿੱਚ ਇੱਕ ਸ਼ੇਰ ਸੀ ਕਿ ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ। ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ। ਕਿਸੇ ਸੂਰਜ ਦਾ ਸਾਡੇ ਮਾਣ ਵਿੱਚ ਚੜ੍ਹਨਾ ਵੀ ਬਣਦਾ ਹੈ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾਅ ਪੜ੍ਹਨਾ ਵੀ ਬਣਦਾ ਹੈ। ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜਨਾ ਵੀ ਬਣਦਾ ਹੈ। ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਗੁਰਤੇਜ ਜੀ। ਇਸ ਆਸ ਨਾਲ, ਉਮੀਦ ਨਾਲ ਕਿ ਤੁਸੀਂ ਮੈਨੂੰ ਪਤਾ ਬਹੁਤ ਹੌਲੀ ਲਿਖਦੇ ਹੋ, ਘੱਟ ਲਿਖਦੇ ਹੋ, ਤੇ ਭਵਿੱਖ ਦੇ ਵਿੱਚ ਤੁਹਾਡੇ ਕੋਲ ਹੁਣ ਵਕਤ ਹੈਗਾ ਤੇ ਵੱਧ ਲਿਖੋਗੇ ਤੇ ਸਾਨੂੰ ਛੇਤੀ ਇੱਕ ਹੋਰ ਜ਼ਰੂਰ ਕਿਤਾਬ ਜਿਹੜੀ ਹੈ ਸਾਨੂੰ ਦਿਓਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਉਸ ਡਿਪਾਰਟਮੈਂਟ ਵਿੱਚ ਮੈਨੂੰ ਬੁਲਾ ਕੇ ਅੱਜ ਗੱਲਾਂ ਕੀਤੀਆਂ, ਜਿਹੜਾ ਮੇਰਾ ਇੱਕ ਤਰੀਕੇ ਨਾਲ ਪੜ੍ਹਨ ਵਾਲੀ ਜਗ੍ਹਾ ਰਹੀ ਹੈ, ਕਿਉਂਕਿ ਮੇਰਾ ਜਿਹੜਾ MA ਸੀ ਉਹ ਇਸੇ ਡਿਪਾਰਟਮੈਂਟ 'ਚੋਂ, ਇਸੇ ਯੂਨੀਵਰਸਿਟੀ 'ਚੋਂ ਹੋਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇ ਹਾਂ ਦੇ ਮਸਲੇ ਮੁੱਕ ਜਾਣਗੇ। ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇੱਥੇ ਕਾਲੇ ਦਰਖਤਾਂ ਦੀ ਛਾਂ ਹੈ ਅਜੇ, ਸਾਡਾ ਸੂਰਜ ਵੀ ਗੈਰਾਂ ਦੇ ਨਾ ਹੈ ਅਜੇ। ਐਸੀ ਥਾਵੇਂ ਕੀ ਬੀਜਾਂਗੇ ਸੂਰਜ ਮੁਖੀ, ਬੂਟੇ ਉੱਗਣਗੇ ਆਥਣ ਨੂੰ ਸੁੱਕ ਜਾਣਗੇ। ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ
ਜਾਪਦਾ, ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਅੱਗ ਅੰਨੀ ਹੈ ਪਾਗਲ ਹੈ ਮੂੰਜ਼ੋਰ ਹੈ, ਇਹ ਨਾ ਸਮਝੀ ਕਿ ਸੜਦਾ ਕੋਈ ਹੋਰ ਹੈ। ਲਾਂਬੂ ਇੱਧਰ ਦੀ ਲੰਘੇ ਜਦੋਂ ਟਹਿਲਦੇ, ਖੌਰੇ ਕਿੰਨਾ ਬਰੂਹਾਂ ਤੇ ਰੁਕ ਜਾਣਗੇ। ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ, ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ।